ਅੰਮ੍ਰਿਤ ਸਰ ਸਦ ਹੀ ਭਰਪੂਰਾ। ਆਤਮਿਕ ਜੀਵਨ ਦੇਣ ਵਾਲੇ ਅੰਮ੍ਰਿਤ ਨਾਮ ਜਲ ਦਾ ਭਰਿਆ ਹੋਇਆ ਨੱਕਾ ਨੱਕ ਸਰੋਵਰ ਹੈ ਮੇਰਾ ਗੁਰੂ। ਤੇ ਤੂੰ ਕਿਉਂ ਘਬਰਾਉਣਾ ਹੈ? ਜੇ ਉਸ ਗੁਰੂ ਨਾਲ ਤੂੰ ਜੁੜ ਜਾਏਗਾ ਤੇ ਤੈਨੂੰ ਵੀ ਇਹ ਅੰਮ੍ਰਿਤ ਦੀ ਦਾਤ ਮਿਲ ਕੇ ਤੂੰ ਵੀ ਅਮਰ ਹੋ ਜਾਏਗਾ। ਵੀ ਅੰਮ੍ਰਿਤ ਆਗਾਨੇ ਆ ਗੁਰ ਅੰਮ੍ਰਿਤ ਕਰਾਇਆ ਦੀ ਦਾਤ ਮਿਲ ਜਾਏਗੀ। ਤੂੰ ਘਬਰਾਉਣਾ ਕਿਉਂ? ਮਨ ਕਿਉਂ ਬੈਰਾਗ ਕਰੇਗਾ? ਸਤਿਗੁਰ ਮੇਰਾ ਪੂਰਾ। ਤੋ ਆਓ ਸਤਿਗੁਰ ਪੂਰੇ ਦੇ ਚਰਨਾਂ ਨਾਲ ਜੁੜੀਏ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਪੂਰੇ ਗੁਰੂ ਦੇ ਚਰਨਾਂ ਦੀ ਕੋਟ ਲਈਏ। ਜਿਹੜਾ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਤੋਂ ਕੇਵਲ ਪੂਰਾ ਸਤਿਗੁਰੂ ਹੈ। ਤੂੰ ਅਧੂਰਿਆਂ ਦਾ ਲੜ ਛੱਡ ਕੇ ਅਸੀਂ ਪੂਰੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਰੁਸ਼ਨਾਉਣ ਦਾ ਯਤਨ ਕਰੀਏ। ਆਓ ਜਿੱਥੇ ਆਪ ਜੀ ਨੇ ਕੀਰਤਨ ਦੁਆਰਾ ਆਨੰਦ ਮਾਣਿਆ, ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਤਿਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਪਾਵਨ ਬਾਣੀ ਤਪ ਪ੍ਰਸਾਦ ਸੋਈਏ। ਤਿਨਾਂ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਆਪੋ ਆਪਣੀ ਹਾਜ਼ਰੀ ਸਹਿਬਾਂ ਦੇ ਚਰਨਾਂ 'ਚ ਲਵਾਉਂਦੇ ਹੋਏ ਦਾਸ ਨੂੰ ਕੁਝ ਕਹਿਣ ਦੀ ਅਸੀਸ ਬਖਸ਼ਦੇ ਹੋਏ ਕਰੋ ਰਸਨਾ ਪਵਿੱਤਰ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। जीत फिरै सब देश दिसान को, बाजत ढोल मृदंग नगारे। ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਜ ਦੇ ਮੁਬਾਰਕ ਬਚਨਾਂ ਰਾਹੀਂ ਬਖਸ਼ਿਸ਼ ਕਰ ਰਹੇ। ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮ੍ਰਿਦੰਗ ਨਗਾਰੇ। ਹਜ਼ੂਰ ਬਖਸ਼ਿਸ਼ ਕਰ ਰਹੇ ਉਹਨਾਂ ਰਾਜਿਆਂ ਦੀ ਬਾਤ ਕਰਦੇ ਜਿਨ੍ਹਾਂ ਰਾਜਿਆਂ ਨੇ ਸੰਸਾਰ ਵਿੱਚ ਆਪਣਾ ਰਾਜ ਭਾਗ ਆਪਣੀ ਸਲਤਨਤ ਕਾਇਮ ਕੀਤੀ। ਉਹਨਾਂ ਨੇ ਛੋਟੇ ਛੋਟੇ ਦੇਸ਼ਾਂ ਨੂੰ ਜਿੱਤਦੇ ਸਾਰੇ ਦੇਸ਼ 'ਤੇ ਉਹਨਾਂ ਨੇ ਜਿੱਤ ਪ੍ਰਾਪਤ ਕਰਨ ਦਾ ਯਤਨ ਕੀਤਾ। ਦੁਨੀਆ 'ਤੇ ਸਾਡਾ ਰਾਜ ਕਾਇਮ ਹੋਵੇ। ਇਹ ਰਾਜ ਕਾਇਮ ਕਰਦੇ ਕਰਦੇ ਉਹਨਾਂ ਦੇ ਨਾਂ ਦੇ ਡੰਕੇ 'ਤੇ ਬਹੁਤ ਵਜੇ। ਪਾਤਸ਼ਾਹ ਨੇ ਆਖਿਆ ਰਾਜ ਭਾਗ ਬਹੁਤ ਵਧੇ ਤੇ ਫੁੱਲੇ। ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਸਾਰੇ ਹੀ ਦੇਸ਼ਾਂ ਦੇਸ਼ਾਂਤਰਾਂ ਨੂੰ ਉਹਨਾਂ ਨੇ ਜਿੱਤਿਆ। ਜਿੱਤਣ ਤੋਂ ਬਾਅਦ ਉਹਨਾਂ ਦੇ ਨਾਲ ਫਿਰ ਬਾਜਤ ਢੋਲ ਮ੍ਰਿਦੰਗ ਨਗਾਰੇ, ਖਲ ਨਾਲ ਮੜੇ ਹੋਏ ਢੋਲ ਵਰਗੇ ਜਿਹੜੇ ਵਾਜੇ ਨਗਾਰੇ ਧੌਂਸੇ ਵੱਜਦੇ ਸਨ। ਕਿਉਂਕਿ ਜਦੋਂ ਰਾਜੇ ਜਿੱਤ ਪ੍ਰਾਪਤ ਕਰਕੇ ਆਉਂਦੇ ਸੀ ਦੂਸਰੇ ਦੇਸ਼ਾਂ 'ਤੇ, ਫਿਰ ਉਹਨਾਂ ਦੇ ਸਾਹਮਣੇ ਇਹ ਧੌਂਸੇ ਵੱਜਦੇ ਸਨ, ਨਗਾਰੇ ਵੱਜਦੇ ਸਨ, ਸ਼ਹਿਨਾਈਆਂ ਵੱਜਦੀਆਂ ਸਨ, ਭੇਰੀਆਂ ਵੱਜਦੀਆਂ ਸਨ। ਖੁਸ਼ੀ ਦਾ ਜਿੱਤ ਦੇ ਜਸ਼ਨ ਮਨਾਏ ਜਾਂਦੇ ਸਨ। ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਸਾਰੇ ਦੇਸ਼ਾਂ ਦੇਸ਼ਾਂਤਰਾਂ ਨੂੰ ਜਿੱਤਿਆ। ਕੋ ਬਾਜਤ ਢੋਲ ਮ੍ਰਿਦੰਗ ਨਗਾਰੇ। ਆਖਿਆ ਇਹ ਢੋਲ ਵਜੇ ਮ੍ਰਿਦੰਗ ਵਜੇ ਤੇ ਉਹਨਾਂ ਦੇ ਸਾਹਮਣੇ ਨਗਾਰੇ ਵੱਜਦੇ ਹਨ। ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੈ ਰਾਜ ਹਜ਼ਾਰੇ। ਪਾਤਸ਼ਾਹ ਨੇ ਆਖਿਆ ਗੁੰਜਤ ਗੂੜ ਗਜਾਨ ਕੇ ਸੁੰਦਰ। ਗੁੰਜਤ ਤੋਂ ਭਾਵ ਗੂੰਜ ਰਹੇ ਨੇ। ਪਾਤਸ਼ਾਹ ਕਹਿੰਦੇ ਉਹਨਾਂ ਦੇ ਤਬੇਲਿਆਂ ਵਿੱਚ ਸੁੰਦਰ ਹਾਥੀਆਂ ਦੇ ਜਿਹੜੇ ਟੋਲੇ ਉਹ ਗੂੰਜ ਰਹੇ ਨੇ। ਗੁੰਜਤ ਗੂੜ ਗੁਜ਼ਾਨ ਕੇ ਸੁੰਦਰ, ਹਿੰਸਤ ਹੈ ਰਾਜ ਹਜ਼ਾਰੇ। ਆਖਿਆ ਹਜ਼ਾਰਾਂ ਹੀ ਹਾਥੀਆਂ ਦੇ ਟੋਲੇ ਤੇ ਹਜ਼ਾਰਾਂ ਹੀ ਘੋੜੇ। ਹਿੰਸਤ ਦਾ ਭਾਵ ਹਿੰਕਦੇ ਹਨ। ਹਿੰਸਤ ਹੀ ਹੈ ਤੋਂ ਅਰਥ ਘੋੜੇ। ਅਰੰਭਤਾ ਹੈ ਕਿ ਗੁੰਜਤ ਗੂੜ ਗਜਾਨ ਕੇ ਸੁੰਦਰ। ਗੁੰਜਤ ਗੂੜ ਦਾ ਅਰਥ ਹੈ ਟੋਲੇ, ਗਜਾਨ ਦਾ ਅਰਥ ਹਾਥੀ। ਗੱਜ ਤੋਂ ਗਜਾਨ ਬਣੇ ਹੈ। ਗੁੰਜਤ ਗੂੜ ਗਜਾਨ ਕੇ ਸੁੰਦਰ। ਉਹਨਾਂ ਦੇ ਰਾਜ ਭਾਗ ਅੰਦਰ ਤਬੇਲਿਆਂ ਵਿੱਚ ਸੁੰਦਰ ਹਾਥੀਆਂ ਦੇ ਜਿਹੜੇ ਟੋਲਿਆਂ ਦੇ ਟੋਲੇ ਗੂੰਜ ਰਹੇ ਨੇ। ਹਿੰਸਤ ਹੈ ਰਾਜ ਹਜ਼ਾਰੇ। ਹਿੰਸਤ ਦਾ ਅਰਥ ਹਿਣਕਦੇ ਨੇ। ਭਾਵ ਘੋੜਾ ਜਿਹੜਾ ਬੋਲਦਾ ਆਵਾਜ਼ ਕੱਢਦਾ ਉਹਨੂੰ ਹਿਣਕਣਾ ਕਹਿੰਦੇ। ਆਖਿਆ ਘੋੜੇ ਉਹਨਾਂ ਦੇ ਲੱਖਾਂ ਹੀ ਘੋੜੇ, ਹਜ਼ਾਰਾਂ ਹੀ ਘੋੜੇ ਉਹਨਾਂ ਦੇ ਤਬੇਲਿਆਂ ਵਿੱਚ ਘੋੜੇ ਹਿਣਕਦੇ ਹਨ। ਭੂਤ ਭਵਿੱਖ ਭਗਵਾਨ ਕੇ ਭੂਪਤ, ਕੌਣ ਗਨੈ ਨਹੀਂ ਜਾਤ ਵਿਚਾਰੇ। ਪਾਤਸ਼ਾਹ ਨੇ ਕਿਹਾ ਭੂਤ ਭਵਿੱਖ ਭਗਵਾਨ ਕੇ ਭੂਪਤ। ਭੂਤ ਤੋਂ ਭਾਵ ਭੂਤਕਾਲ ਜਿਹੜਾ ਪਿੱਛੇ ਸਮਾਂ ਲੰਘ ਗਿਆ। ਆਖਿਆ ਜਿੰਨੇ ਪਿੱਛੇ ਵੀ ਰਾਜੇ ਹੋ ਚੁੱਕੇ ਨੇ ਭੂਤ
ਭਵਿੱਖ ਆਉਣ ਵਾਲਾ ਸਮਾਂ ਜਿਹੜਾ ਹੈ ਉਹਦੇ ਵਿੱਚ ਜਿਹੜੇ ਰਾਜੇ ਹੋਣਗੇ ਆਉਣ ਵਾਲੇ ਸਮੇਂ ਵਿੱਚ ਭਗਵਾਨ ਤੋਂ ਭਾਵ ਹੁਣ ਜਿਹੜਾ ਸਮਾਂ ਐਟ ਪ੍ਰੈਜ਼ੈਂਟ ਚੱਲ ਰਿਹਾ ਹੈ। ਆਖਿਆ ਜਿਹੜੇ ਹੁਣ ਵੀ ਰਾਜੇ ਨੇ ਭੂਤ ਭਵਿੱਖ ਭਗਵਾਨ ਕੇ ਭੂਪਤ ਤਿੰਨਾਂ ਸਮਿਆਂ ਦੀ ਗੱਲ ਕੀਤੀ। ਆਖਿਆ ਜਿਹੜੇ ਪਹਿਲਾਂ ਵੀ ਰਾਜੇ ਹੋ ਚੁੱਕੇ ਨੇ ਜਾਂ ਜਿਹੜੇ ਹੁਣ ਰਾਜੇ ਹਨ ਜਾਂ ਜਿਹੜੇ ਆਉਣ ਵਾਲੇ ਸਮੇਂ ਵਿੱਚ ਵੀ ਰਾਜੇ ਹੋਣਗੇ ਭੂਤ ਭਵਿੱਖ ਭਗਵਾਨ ਕੇ ਭੂਪਤ ਭੂਪਦਾਰਥੇ ਰਾਜੇ ਪਾਤਸ਼ਾਹ ਕਹਿੰਦੇ ਕੌਣ ਗਣੇ ਨਹੀਂ ਜਾਤ ਵਿਚਾਰੇ। ਆਖਿਆ ਕਿ ਜੇ ਉਹਨਾਂ ਨੇ ਰੱਬੀ ਇਬਾਦਤ ਨਹੀਂ ਕੀਤੀ, ਜੇ ਉਹ ਪਰਮਾਤਮਾ ਦੇ ਦਰ ਉਹਦੀ ਨਜ਼ਰੇ ਰਹਿਮਤ ਕਬੂਲ ਨਾ ਹੋਏ ਤੇ ਪਾਤਸ਼ਾਹ ਨੇ ਕਿਹਾ ਉਹਨਾਂ ਦੀ ਗਿਣਤੀ ਨਹੀਂ ਕੋਈ ਕਰ ਸਕਦਾ, ਭਾਵ ਉਹਨਾਂ ਦਾ ਅੰਦਾਜ਼ਾ ਵੀ ਕੋਈ ਨਹੀਂ ਲਾ ਸਕਦਾ। ਭਾਵ ਕਿ ਇਸ ਵੇਲੇ ਅਜਿਹੇ ਬੇਅੰਤ ਰਾਜੇ ਹਨ, ਆਉਣ ਵਾਲੇ ਸਮੇਂ ਵੀ ਰਾਜੇ ਹੋਣ, ਪਿੱਛੇ ਵੀ ਜਿੰਨੇ ਰਾਜੇ ਹੋ ਚੁੱਕੇ ਨੇ। ਆਖਿਆ ਜੇ ਉਹ ਰੱਬ ਦੇ ਦਰ ਕਬੂਲ ਨਹੀਂ ਪੈਂਦੇ ਤੇ ਉਹਨਾਂ ਦੀ ਜਾਤ ਕਿਸੇ ਨਹੀਂ ਪੁੱਛਣੀ। ਕੌਣ ਗਣੇ ਨਹੀਂ ਜਾਤ ਵਿਚਾਰੇ, ਉਹਨਾਂ ਬਾਬਤ ਕਿਸੇ ਨੇ ਵੀ ਕੋਈ ਵਿਚਾਰ ਨਹੀਂ ਕਰਨੀ ਜੀ। ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ। ਆਖਿਆ ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਤੇ ਆਖਿਆ ਜੇ ਇਹ ਸਾਰੇ ਮਾਇਆ ਦੇ ਮਾਲਕ ਪਤੀ ਪਰਮਾਤਮਾ ਦਾ ਸਿਮਰਨ ਜੇ ਨਹੀਂ ਕਰਦੇ, ਆਖਿਆ ਇਹ ਸਾਰੇ ਰਾਜੇ ਅੰਤ ਕੋ ਦਾ ਅਰਥ ਹੈ ਅੰਤ ਸਮੇਂ, ਅੰਤ ਕੇ ਦਾ ਅਰਥ ਹੈ ਮੌਤ ਦੇ ਮੂੰਹ ਵਿੱਚ ਇਹਨਾਂ ਜਾ ਪੈਣਾ। ਧਾਮ ਸਿਧਾਰੇ, ਇਹ ਮੌਤ ਦੇ ਘਰ ਵਿੱਚ ਸਾਰੇ ਸਿਧਾਰ ਜਾਣਗੇ। ਇਹਨਾਂ ਦੀ ਗਿਣਤੀ ਕਿਸੇ ਪਾਸੇ ਨਹੀਂ ਹੋਣੀ ਜੇ ਇਹਨਾਂ ਨੇ ਸ਼੍ਰੀਪਦ ਸ਼੍ਰੀ ਭਗਵਾਨ ਦੀ ਕਿਰਪਾ ਨਹੀਂ ਪ੍ਰਾਪਤ ਕੀਤੀ, ਭਗਵਾਨ ਦਾ ਭਜਨ ਨਹੀਂ ਕੀਤਾ। ਸ਼੍ਰੀਪਦ ਸ਼੍ਰੀ ਭਗਵਾਨ ਭਜੇ ਬਿਨ, ਸ਼੍ਰੀਪਦ ਦਾ ਅਰਥ ਹੈ ਮਾਇਆ ਦੇ ਪਤੀ ਭਗਵਾਨ ਪ੍ਰਭੂ, ਜੇ ਉਹਦੀ ਇਬਾਦਤ ਨਹੀਂ ਕੀਤੀ, ਬੰਦਗੀ ਨਹੀਂ ਕੀਤੀ ਤੇ ਪਾਤਸ਼ਾਹ ਨੇ ਆਖਿਆ ਲੱਖਾਂ ਰਾਜੇ ਦੁਨੀਆ ਤੇ ਹੋ ਕੇ ਚਲੇ ਗਏ, ਉਹਨਾਂ ਦੀ ਕਦਰ ਸੰਸਾਰ 'ਚ ਨਹੀਂ, ਉਹਨਾਂ ਦਾ ਕੋਈ ਨਾਮ ਲੈਣ ਵਾਲਾ ਨਹੀਂ। ਹੁਣ ਵੇਖੋ ਧੰਨ ਗੁਰੂ ਰਾਮਦਾਸ ਸਿੰਘ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੇ ਸਮਕਾਲੀ ਬਾਦਸ਼ਾਹ ਹੋਏ ਅਕਬਰ ਤੇ ਜਹਾਂਗੀਰ, ਅੱਜ ਉਹਨਾਂ ਦਾ ਕੋਈ ਨਾਂ ਨਹੀਂ ਲੈਂਦਾ, ਪਰ ਅੱਜ ਧੰਨ ਗੁਰੂ ਰਾਮਦਾਸ ਸਾਹਿਬ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਘਰ ਘਰ ਹੋ ਰਹੀ ਹੈ। ਅੱਜ ਔਰੰਗਜ਼ੇਬ ਨੂੰ ਕੌਣ ਯਾਦ ਕਰਦਾ ਹੈ? ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਵੇਰੇ ਤੇ ਸ਼ਾਮ ਤੇ ਹਰ ਵੇਲੇ ਸਿੱਧੇ ਹੋ ਰਹੇ ਨੇ। ਆਖਿਆ ਰਾਜੇ ਬੜੇ ਹੋ ਕੇ ਚਲੇ ਗਏ। ਇਸ ਨੂੰ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਹੈ ਕਿ बड़े बड़े राजन के दावत फिरत देश बड़ो अभिमान पुंज दंड को दलत है। ये गुरु गोबिंद सिंह महाराज जी के वचन है। बड़े बड़े छत्रधारी पातशाह ने कहा ये जिन्ने भी राजे संसार विच होए उन्हां दे छत्र चलते रहे, उन्हां दे सिर ते छत्र झूलते सन। बड़ो अभिमान पुंज दंड को दलत है। नाम ही पातशाह ने लए ने दारा से दलीसर, मान से महीप और दारा से दलीसर। भोग भोग भूम अंत भूम ही मिले हैं। वो धरती ਨੂੰ ਭੋਗ ਕੇ ਅਖੀਰ ਧਰਤੀ 'ਚ ਖਾ ਕੇ ਸਪੁਰਦ ਹੋ ਗਏ, ਉਹਨਾਂ ਦੀ ਗਿਣਤੀ ਨਹੀਂ ਹੋਈ। ਭਾਵ ਕਿਸੇ ਲੇਖੇ 'ਚ ਨਹੀਂ ਪਏ ਰੱਬੀ ਇਬਾਦਤ ਤੋਂ ਬਿਨਾਂ। ਇਸੇ ਨੂੰ ਭਗਤ ਫਰੀਦ ਸਾਹਿਬਾਨ ਕਹਿੰਦੇ ਆ ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ ਜਾਏ ਸੁਤੇ ਜੀ ਰਾਣ ਮੈਂ ਥੀਏ ਅਤੀਮਾ ਗੱਡ। ਅਕਸਰ ਪਾਸ ਦਮਾਮੇ ਜਿਨ੍ਹਾਂ ਦੇ ਕੋਲ ਦਮਾਮੇ ਵੱਜਦੇ ਸਨ, ਢੋਲ ਜਿਨ੍ਹਾਂ ਦੇ ਕੋਲ ਵੱਜਦੇ ਸਨ, ਰਾਜਾ ਆਉਂਦਾ ਸੀ, ਝਾਕੀ ਨਿਕਲਦੀ ਸੀ ਰਾਜੇ ਦੀ, ਹਾਥੀਆਂ ਤੇ ਰੱਖ ਕੇ ਘੋੜਿਆਂ ਤੇ ਢੋਲ ਵੱਜਦੇ ਜਾਂਦੇ ਸਨ, ਸ਼ਹਿਨਾਈਆਂ ਭੇਰੀਆਂ ਵੱਜਦੀਆਂ ਸਨ। ਪਾਸ ਦਮਾਮੇ ਛੱਤ ਸਿਰ ਤੇ ਸਿਰ ਤੇ ਛਤਰ ਝੂਲਦੇ ਸਨ। ਭੇਰੀ ਛੱਡੋ ਰੱਡ ਤੇ ਭੇਰੀਆਂ ਵੱਜਦੀਆਂ, ਸ਼ਹਿਨਾਈਆਂ ਵੱਜਦੀਆਂ ਸਨ। ਤੇ ਆਖਿਆ ਕਿੱਧਰ ਗਏ? ਬਖਸ਼ਣ ਕਹਿੰਦੇ ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ ਜਾਏ ਸੁਤੇ ਜੀ ਰਾਣ ਮੈਂ। ਉਹ ਕਬਰਾਂ 'ਚ ਜਾ ਕੇ ਸੌਂ ਗਏ। ਥੀਏ ਅਤੀਮਾ ਗੱਡ ਤੇ ਆਖਿਆ ਉਹਨਾਂ ਦੀਆਂ ਆਤਮਾਵਾਂ ਰੁਲ ਰਹੀਆਂ ਨੇ ਅੱਜ ਮੜੀਆਂ ਦੇ ਅੰਦਰ। ਇਸੇ ਨੂੰ ਫਿਰ ਭਗਤ ਫਰੀਦ ਸਾਹਿਬਾਨ ਜੀ ਦਾ ਇੱਕ ਬਚਨ ਹੈ ਫਰੀਦਾ ਮਹਿਲ ਨੇ ਸਖਣ ਰਹਿ ਗਏ ਵਾਸਾ ਆਇਆ ਤਲ ਗੋਰਾ ਸੇ ਨੀ ਮਾਣੀਆਂ ਬੈਸਨ ਰੂਹਾਂ ਮਲ। ਮਹਿਲ ਨੇ ਸਖਣ ਰਹਿ ਗਏ। ਆਖਿਆ ਉਹਨਾਂ ਰਾਜਿਆਂ ਦੇ ਮਹਲ ਅੱਜ ਸਖਣੇ ਪਏ ਨੇ, ਕੋਈ ਵੇਖਣ ਵੀ ਨਹੀਂ ਜਾਂਦਾ ਉਹਨਾਂ ਦੇ ਮਹਲਾਂ ਨੂੰ। ਪਰ ਜਿਹੜੇ ਮਹੱਲਾਂ 'ਚ ਗੁਰੂ ਸਾਹਿਬਾਨ ਬੈਠੇ ਉਹਨਾਂ ਨੂੰ ਜੁਗੋ ਜੁਗ ਸਿਜਦੇ ਨੇ। ਭਾਵੇਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਦੀ ਸਾਜਨਾ ਉਸ ਵੇਲੇ ਨਹੀਂ ਹੋਈ, ਪਰ ਅੱਜ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਿਜਦੇ ਹੋ ਰਹੇ, ਦੁਨੀਆ ਸਿਜਦੇ ਕਰ ਰਹੀ ਹੈ। ਆਖਿਆ ਉਹਨਾਂ ਰਾਜਿਆਂ ਦੇ ਸ਼ਮਿਆਨੇ ਵੀ ਹਨ, ਤੋਸ਼ੇਖਾਨਿਆਂ 'ਚ ਸੰਭਾਲੇ ਨੇ ਰਾਜਿਆਂ ਦੇ, ਉਹਨਾਂ ਦੇ ਨਗਾਰੇ ਵੀ ਹਨ, ਉਹਨਾਂ ਦੇ ਸਾਜ਼ ਜਿਹੜੇ ਵੱਜਦੇ ਸਨ ਉਹ ਵੀ ਨੇ, ਉਹਨਾਂ ਦੇ ਮਹੱਲ ਵੀ ਸੰਭਾਲ ਕੇ ਰੱਖੇ ਨੇ। ਪਰ ਉਹਨਾਂ ਵਿੱਚ ਕੋਈ ਦੀਵਾ ਬੱਤੀ ਕਰਨ ਵਾਲਾ ਨਹੀਂ, ਉਹਨਾਂ ਨੂੰ ਕੋਈ ਸਿਜਦੇ ਕਰਨ ਵਾਲਾ ਨਹੀਂ ਹੈ।
पर जिन्हां ने इबादत की, जिन्हां ने करते नूं ध्याया ते उहदा उपदेश दिता है, उन्हां थावां नूं अज भी सिजदे ने ते गुरु साहिबान दीआं निशानियां नूं असीं किड्डे प्यार नाल सिजदे करदे हां। संभालियां ते ओह भी ने ना गुरु साहिबान दीआं निशानियां, मलूका भी हैं, शमियाने भी हैं, हजूर दे वस्त्र भी ने, पर उन्हां नूं किन्नी भावना ते प्यार सहित सिजदे करदे हैं, क्योंकि वो इबादत करन वाले ते कराउण वाले सन। दूसरे पासे ये राजे लोग जिन्ने भी दुनिया के राजे होए, पातशाह ने कहा फरीदा महल सखण रह गए, वासा आया तल ते निवास धरती ते हो गया अखीर वेले। गोरा से निमाणियां बैसन रूहां मल, ते उन्हां दियां रूहां हुण निमाणियां विचारियां मड़ियां च ਉਹ गोर नूं मल के बैठियां ਹਨ। इसे ਨੂੰ फिर भगत साहिबान कहते हैं, जिमी पुछे आसमान फरीदा खेवट किन गए, जालन गोरा नाल उलामे जी सही। आख्या जिमी पुछे आसमान, आसमान पुछदा जमीन नूं, फरीदा खेवट किन गए। खेवट दा अर्थ भला ਜਿਹੜੇ ਰਾਜੇ ਕਹਿੰਦੇ ਸਨ ਵੀ ਸਾਡੇ ਹੁਕਮ ਤੋਂ ਬਿਨਾਂ ਦੁਨੀਆ ਤੇ ਪਤਾ ਨਹੀਂ ਭੁੱਲਦਾ, ਇਹ ਸਾਰੀ ਸ੍ਰਿਸ਼ਟੀ ਸਾਡੇ ਹੁਕਮ 'ਚ ਹੈ, ਸਾਡਾ ਰਾਜ ਭਾਗ ਚੱਲਦਾ ਹੈ। ਤੇ ਉਹਨਾਂ ਨੇ ਰਾਜ ਭਾਗ ਚਲਾਉਣ ਦੇ ਯਤਨ ਕੀਤੇ, ਦੁਨੀਆ ਨੂੰ ਸਰਵ ਕੀਤਾ, ਪਰ ਅਖੀਰ ਹਾਰ ਕੇ ਇਹ ਸੰਸਾਰ ਤੋਂ ਉਹ ਚਲੇ ਗਏ। ਸ਼ਾਹ ਸਿਕੰਦਰ ਵਰਗੇ ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਲੁੱਟਿਆ, ਤੇ ਅਖੀਰ ਉਹ ਸ਼ਾਹ ਸਿਕੰਦਰ ਵੀ ਸੰਸਾਰ ਤੋਂ ਖਾਲੀ ਹੱਥ ਜਿਹੜਾ ਉਹ ਰੁਖਸਤ ਹੋ ਗਿਆ। ਬੁੱਲੇ ਸ਼ਾਹ ਨੇ ਬੜਾ ਸੋਹਣਾ ਲਿਖਿਆ ਹੈ, ਉਹਨੇ ਕਿਹਾ ਕਿੱਥੇ ਗਿਆ ਸ਼ਾਹ ਸਿਕੰਦਰ, ਮੌਤ ਨਾ ਛੱਡੇ ਪੀਰ ਪੈਗੰਬਰ, ਸਭ ਕਰ ਕਰ ਗਏ ਅਡੰਬਰ, ਇੱਥੇ ਕੋਈ ਭਾਈ ਵਾਲ ਨਹੀਂ। ਆਖਿਆ ਇਹ ਸੌਣ ਤੇਰੇ ਦਰਕਾਰ ਨਹੀਂ, ਉੱਠ ਜਾਗ ਘਰਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ ਨਹੀਂ। ਕਹਿਣ ਲੱਗਾ ਇੱਥੇ ਕਿਸੇ ਨੇ ਵੀ ਬਹਿ ਨਹੀਂ ਰਹਿਣਾ, ਇੱਥੇ ਵੱਡੇ ਵੱਡੇ ਸ਼ਾਹ ਸਿਕੰਦਰ ਵਰਗੇ ਧਰਤੀ ਤੋਂ ਚਲੇ ਗਏ। ਜਿਸ ਦਿਨ ਸਿਕੰਦਰ ਮਰਦਾ ਉਹਨੇ ਮਰਨ ਤੋਂ ਪਹਿਲਾਂ ਆਖਿਆ ਮੈਂ ਦੁਨੀਆ ਦਾ ਜੇਤੂ। ਅਹਿਲਕਾਰਾਂ ਨੂੰ ਕਿਹਾ ਸੀ ਮੇਰੇ ਹੱਥ ਜਿਹੜੇ ਜਨਾਜ਼ੇ ਚੋਂ ਬਾਹਰ ਕੱਢ ਦਿਓ, ਹੱਥ ਦੇ ਪੈਰ, ਦੁਨੀਆ ਦੇ ਲੋਕਾਂ ਨੂੰ ਪਤਾ ਲੱਗੇ ਕਿ ਦੁਨੀਆ ਨੂੰ ਜਿੱਤਣ ਵਾਲਾ ਸਿਕੰਦਰ ਅੱਜ ਧਰਤੀ ਤੋਂ ਖਾਲੀ ਹੱਥ ਰੁਖਸਤ ਹੋਇਆ। ਤੇ ਮਾਂ ਸਿਕੰਦਰ ਦੀ ਰੋਵਣ ਲੱਗੀ। ਇਹ ਕਦੀ ਵੀ ਲਿਖਦਾ ਉਹ ਮੜੀਆਂ ਵਿੱਚ ਜਿਸ ਸਮੇਂ ਸਿਕੰਦਰ ਦਾ ਜਨਾਜ਼ਾ ਗਿਆ, ਦਫਨਾਇਆ ਗਿਆ, ਉੱਥੇ ਮਾਂ ਹੋਵੇ ਮੈਂ ਸਿਕੰਦਰ ਨੂੰ ਮਿਲਣਾ ਹੈ। ਮਾਂ ਸਿਕੰਦਰ ਦੀ ਰੋਵਣ ਲੱਗੀ ਕਰਕੇ ਝਗੜੇ ਝੇੜੇ ਨੂੰ, ਕਹਿੰਦੀ ਮੇਰਾ ਪੁੱਤ ਕਿੱਥੇ ਹੈ ਸਿਕੰਦਰ, ਮੈਂ ਉਹਨੂੰ ਮਿਲਣਾ ਹੈ। ਤੇ ਕਹਿੰਦੇ ਅੱਗੋਂ ਇੱਕ ਗੈਬੀ ਆਵਾਜ਼ ਸੀ ਆਈ, ਉਹਨਾਂ ਪੁੱਛਿਆ ਮਾਂ ਇੱਥੋਂ ਲੱਖਾਂ ਸਿਕੰਦਰ ਤੁਰ ਗਏ, ਤੂੰ ਰੋਣੀ ਕਿਹੜੇ ਕਿਹੜੇ ਨੂੰ। ਮਾਂ ਇੱਥੋਂ ਤੇ ਲੱਖਾਂ ਸਿਕੰਦਰ ਧਰਤੀ ਤੋਂ ਹੋ ਕੇ ਚਲੇ ਗਏ, ਤੂੰ ਕਿਹੜੇ ਸਿਕੰਦਰ ਦੀ ਬਾਤ ਕਰਦੀ ਹੈ। ਕਹਿਣ ਤੋਂ ਮੁਰਾਦ ਜਿਹੜਾ ਵੀ ਧਰਤੀ ਤੇ ਆਇਆ ਉਹ ਭੂਮ ਅੰਤ ਭੂਮ ਹੀ ਮਿਲੇ ਹੈ। ਆਖਿਆ ਧਰਤੀ ਨੂੰ ਪੁੱਛਦਾ ਅਸਮਾਨ, ਜਿਮੀ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ। ਵੱਡੇ ਵੱਡੇ ਮਲਾਹ ਜਿਹੜੇ ਕਹਿੰਦੇ ਸਨ ਬੇੜੀਆਂ ਸਾਡੇ ਹੁਕਮ ਨਾਲ ਚੱਲਦੀਆਂ ਨੇ, ਅਸੀਂ ਬੇੜੀਆਂ ਨੂੰ ਚਲਾਉਂਦੇ, ਭਾਵ ਇਹ ਸਾਰੇ ਸੰਸਾਰ ਨੂੰ ਅਸੀਂ ਚਲਾਉਣ ਵਾਲੇ ਅਸੀਂ ਰਾਜੇ ਹਾਂ, ਸਾਡਾ ਹੁਕਮ ਚੱਲਦਾ ਹੈ। ਜਿਵੇਂ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ, ਜਾਲਣ ਗੋਰਾਂ ਨਾਲ। ਆਖਿਆ ਉਹ ਸੜ ਗਏ ਮੜੀਆਂ ਵਿੱਚ ਪਏ ਹੋਏ, ਉਹ ਗੋਰਾਂ ਵਿੱਚ ਕਬਰਾਂ ਵਿੱਚ ਸੜ ਗਏ। ਉਲਾਮੇ ਜੀ ਸਹੇ ਤੇ ਜਿੰਦ ਰੱਬ ਦੇ ਘਰ ਉਲਾਮੇ ਸਹਾਰੀ ਹੈ, ਕਿਉਂਕਿ ਆਪਣੀ ਹਕੂਮਤ ਦੇ ਨਸ਼ੇ ਵਿੱਚ ਉਹਨਾਂ ਰੱਬੀ ਇਬਾਦਤ ਨਾ ਕੀਤੀ ਤੇ ਅੱਜ ਉਹਨਾਂ ਦੀ ਜਿੰਦ ਨੂੰ ਰੱਬ ਕਰ ਗਿਆ, ਉਹਨਾਂ ਨੂੰ ਗੁਲਾਮੇ ਸਹਿਣੇ ਪੈਂਦੇ। ਇਸੇ ਪਾਤਸ਼ਾਹ ਨੇ ਕਹਿੰਦਾ 100 ਗੁਲਾਮੇ ਦਿਨੇ ਕੇ ਰਾਤੀ ਮਿਲਣ ਸਹੰਸ, ਸਿਫਤ ਸਲਾਹ ਨੂੰ ਛੱਡ ਕੇ ਕਰੰਗੀ ਲੱਗਾ ਹੰਸ। ਇਹ ਹੰਸ ਰੂਪ ਜੀਵ ਕਿਹੜੀ ਕੁਰੰਗੀ ਚਾਲੇ ਪਿਆ ਹੈ, 100 ਗੁਲਾਮੇ ਦਿਨੇ ਕੇ ਰਾਤੀ ਮਿਲਣ ਸਹੰਸ। ਆਖਿਆ 100 ਦਿਨ ਦੇ ਹੈ ਤੇ 1000 ਰਾਤ ਦੇ ਗੁਲਾਮੇ ਤੇਰੀ ਜਿੰਦ ਨੂੰ ਹੈ ਜੇ ਤੂੰ ਇਬਾਦਤ ਨਹੀਂ ਕਰਦਾ। ਇਹ ਜੀਵਨ ਦਾ ਸਮਾਂ ਤਾਂ ਹੀ ਸਕਾਰਥ ਹੈ ਜੇ ਤੂੰ ਰੱਬੀ ਇਬਾਦਤ ਵਿੱਚ ਜੁੜ ਜਾਂਦਾ ਤੇ ਇਹ ਜੀਵਨ ਸਫਲ ਹੈ। ਨਹੀਂ ਤੇ ਪਾਤਸ਼ਾਹ ਨੇ ਕਿਹਾ ਜੀਤ ਫਿਰੇ ਸਭ ਦੇਸ਼ ਦੇ ਸ਼ਾਨ, ਕੋ ਬਾਜਤ ਢੋਲ ਮਰਦੰਗ ਨਗਾਰੇ। ਆਖਿਆ ਕਿੰਨੇ ਨੇ ਜਿਹੜੇ ਸੰਸਾਰ ਨੂੰ ਜਿੱਤਦੇ ਚਲੇ ਗਏ ਦੁਨੀਆ ਤੋਂ, ਉਹਨਾਂ ਦੇ ਸ਼ਹਿਨਾਈਆਂ ਤੇ ਭੇਰੀਆਂ ਵੱਜਦੀਆਂ ਸਨ। ਗੁੰਜਤ ਗੂੜ ਗੁਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ। ਉਹਨਾਂ ਦੇ ਦਰ ਤੇ ਅਨੇਕਾਂ ਹਾਥੀ ਗੂੰਜਦੇ ਸਨ, ਤਬੇਲਿਆਂ ਵਿੱਚ ਸੁੰਦਰ ਹਾਥੀਆਂ ਦੇ ਟੋਲੇ ਸਨ। ਹਜ਼ਾਰਾਂ ਘੋੜੇ ਉਹਨਾਂ ਦੇ ਤਬੇਲਿਆਂ 'ਚ ਹਿਣਕਦੇ ਸਨ। ਤੇ ਪਾਤਸ਼ਾਹ ਨੇ ਕਿਹਾ ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਨੇ ਨਹੀਂ ਜਾਤ ਵਿਚਾਰੇ। ਤਿੰਨਾਂ ਕਾਲਾਂ ਦੀ ਗੱਲ ਕੀਤੀ, ਵਰਤਮਾਨ ਕਾਲ, ਭੂਤ ਕਾਲ, ਭਵਿੱਖ ਕਾਲ। ਭੂਤ ਕਾਲ ਵਿੱਚ ਕਿੰਨੇ ਰਾਜੇ ਹੋ ਕੇ ਚਲੇ ਗਏ, ਹੁਣ ਵੀ ਕਿੰਨੇ ਨੇ ਜਿਹੜੇ ਹਕੂਮਤ ਚਲਾ ਰਹੇ ਨੇ ਆਪਣੀ ਦੁਨੀਆ ਤੇ।
ਆਪਣੇ ਨਾਂ ਦਾ ਡੰਕਾ ਵਜਾ ਰਹੇ ਨੇ ਵੀ ਸਾਡਾ ਨਾਮ ਦੁਨੀਆ ਤੇ ਹੈ ਤੇ ਲੋਕ ਸਾਨੂੰ ਯਾਦ ਕਰਨ। ਆਖਿਆ ਅਨੇਕਾਂ ਹੋ ਕੇ ਚਲੇ ਗਏ ਨੇ। ਆਉਣ ਵਾਲੇ ਸਮੇਂ 'ਚ ਵੀ ਪਾਤਸ਼ਾਹ ਨੇ ਕਿਹਾ ਅਨੇਕਾਂ ਹੋਣਗੇ। ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ। ਪਾਤਸ਼ਾਹ ਨੇ ਕਿਹਾ ਅਜਿਹੇ ਤੇਜ ਪ੍ਰਤਾਪ ਵਾਲੇ ਰਾਜੇ ਪਿਛਲੇ ਲੰਘ ਚੁੱਕੇ ਸਮੇਂ ਵਿੱਚ ਵੀ ਹੋ ਚੁੱਕੇ ਨੇ, ਆਉਣ ਵਾਲੇ ਸਮੇਂ ਵਿੱਚ ਵੀ ਹੋਣਗੇ। ਆਖਿਆ ਕੋਈ ਉਹਨਾਂ ਦੀ ਗਿਣਤੀ ਨਾ ਕਰ ਸਕੇ, ਅੰਦਾਜ਼ਾ ਵੀ ਨਾ ਲਾ ਸਕੇ। ਆਖਿਆ ਇਸ ਵੇਲੇ ਵੀ ਅਜਿਹੇ ਰਾਜੇ ਬੇਅੰਤ ਹੋਣ, ਆਉਣ ਵਾਲੇ ਸਮੇਂ ਵਿੱਚ ਵੀ ਹੋਣ, ਪਰ ਸ਼੍ਰੀ ਭਗਵਾਨ ਭਜੇ ਬਿਨ ਜੇ ਮਾਇਆ ਦੇ ਪਤੀ ਪਰਮੇਸ਼ਰ ਕਾਲ ਪੁਰਖ ਵਾਹਿਗੁਰੂ ਦਾ ਭਜਨ ਨਹੀਂ ਨਾ ਕੀਤਾ ਤੇ ਪਾਤਸ਼ਾਹ ਕਹਿੰਦੇ ਅੰਤ ਕਉ ਅੰਤ ਕੇ ਧਾਮ ਸਿਧਾਰੇ। ਅੰਤ ਕੋ ਦਾ ਅਰਥ ਹੈ ਅਖੀਰ ਨੂੰ, ਅੰਤ ਕੇ ਦਾ ਅਰਥ ਹੈ ਮੌਤ ਦੇ ਘਰ ਉਹਨਾਂ ਨੇ ਸਿਧਾਰ ਜਾਣਾ ਹੈ, ਕਿਉਂਕਿ ਮੌਤ ਨੇ ਤੇ ਸਾਰਿਆਂ ਨੂੰ ਨਿਕਲ ਜਾਣਾ ਹੈ। ਇਹ ਤੇ ਸਮਾਂ ਸਾਰਿਆਂ ਤੇ ਆਉਣਾ। ਇਹ ਤੇ ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਿਡਾਨੀ ਰੇ। ਇੱਕ ਚੀਜ਼ ਹੈ ਜਿੱਥੇ ਆ ਕੇ ਸਾਰੇ ਬਰਾਬਰ ਹੋ ਜਾਂਦੇ। ਕੋਈ ਰਾਜ ਭਾਗ ਜਿਹੜਾ ਵੱਸਦਾ ਹੈ ਮਨੁੱਖ, ਕੋਈ ਕੁੱਲੀ 'ਚ ਵੱਸਦਾ ਹੈ, ਕੋਈ ਸੋਨੇ ਦੇ ਭਾਂਡਿਆਂ 'ਚ ਖਾਂਦਾ, ਕੋਈ ਹੱਥ ਤੇ ਜਾਂ ਪਤਲਾਂ ਤੇ ਰੱਖ ਕੇ ਖਾ ਲੈਂਦਾ ਹੈ। ਜਿਉਣ ਦੇ ਢੰਗ ਵੱਖੋ ਵੱਖਰੇ ਨੇ, ਰਹਿਣ ਦੇ ਵੱਖੋ ਵੱਖਰੇ ਨੇ, ਪਰ ਇੱਕ ਮੌਤ ਹੈ ਜਿੱਥੇ ਆ ਕੇ ਸਾਰੇ ਬਰਾਬਰ ਹੋ ਜਾਂਦੇ। ਮੌਤ ਸਾਰਿਆਂ ਨੂੰ ਬਰਾਬਰ ਹੁੰਦੀ ਹੈ। ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਿਡਾਨੀ ਰੇ। ਫਿਰ ਕਹਿੰਦੇ ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ। ਆਵੇ ਨਾ ਜਾਵੇ ਕਬਹੂ ਮਰਦੇ ਪਾਰ ਬ੍ਰਹਮ ਸੰਗਾਰੀ ਰੇ। ਜਿਹੜੇ ਹਰੀ ਦੇ ਜਨ ਨੇ, ਜਿਨ੍ਹਾਂ ਨੇ ਨਾਮ ਨੂੰ ਧਿਆਇਆ, ਗੁਰਦੇਵ ਕਹਿੰਦੇ ਉਹ ਮਰਦੇ ਨਹੀਂ, ਉਹ ਜੰਮਦੇ ਨਹੀਂ, ਉਹ ਤੇ ਮੁਕਤ ਨੇ। ਉਹ ਕਰਮਾਂ ਦੇ ਬੰਧਨਾਂ ਕਰਕੇ ਸੰਸਾਰ 'ਚ ਨਹੀਂ ਆਉਂਦੇ। ਉਹ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸੋਂ ਲੈਣ ਮਿਲਾਏ, ਇਸ ਵਾਸਤੇ ਸੰਸਾਰ ਵਿੱਚ ਜਨਮ ਧਾਰਦੇ ਨੇ। ਪਰ ਦੂਸਰੇ ਪਾਸੇ ਆਖਿਆ ਜਿਹੜੇ ਇਹ ਰਾਜੇ ਲੋਕ, ਕਿਉਂਕਿ ਇਹ ਸਾਰੀ ਬਾਣੀ ਅੰਦਰ ਸਤਿਗੁਰਾਂ ਨੇ ਕਰਮ ਕਾਂਡ ਕਰਨ ਵਾਲਿਆਂ ਦੀ ਗੱਲ ਕੀਤੀ, ਜਿਨ੍ਹਾਂ ਨੇ ਧਾਰਮਿਕ ਕਰਮ ਕੀਤੇ, ਰਾਜ ਭਾਗ ਵਾਲੇ ਰਾਜਿਆਂ ਦੀ ਗੱਲ ਕੀਤੀ, ਉਹਨਾਂ ਦਾ ਕਰਮ ਕਾਂਡਾਂ ਦਾ ਤੇ ਰਾਜਿਆਂ ਦਾ ਖੰਡਨ ਕੀਤਾ ਹੈ, ਤੇ ਨਾਮ ਜਪਣ ਵਾਲਿਆਂ ਦਾ ਮੰਨਣ ਕੀਤਾ। ਜਿਹੜੇ ਨਾਮ ਨੂੰ ਜਪਦੇ ਉਹਨਾਂ ਦੀ ਸਦਾ ਹੀ ਜੈ ਜੈਕਾਰ। ਹਜ਼ੂਰ ਨੇ ਆਖਿਆ ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ। ਤੀਰਥ ਨਾਨ ਦਇਆਦਤ ਦਾਨ ਸੋ ਸੰਜਮ ਨੇਮ ਅਨੇਕ ਵਿਸਿਖ। ਅਗਲੇ ਪੰਜ ਸਤਿਗੁਰੂ ਪਾਤਸ਼ਾਹ ਧਾਰਮਿਕ ਕਰਮ ਕਰਨ ਵਾਲਿਆਂ ਦੀ ਬਾਤ ਕਰਦੇ, ਜਿਨ੍ਹਾਂ ਨੇ ਇਹ ਖਿਆਲ ਮਨ ਵਿੱਚ ਸੀ ਕਿ ਤੀਰਥਾਂ ਤੇ ਇਸ਼ਨਾਨ ਕੀਤਿਆਂ ਉੱਥੇ ਮਨ ਦੀ ਮੈਲ ਤੇ ਪਾਪ ਕਰਮ ਸਾਡੇ ਉਤਰ ਜਾਂਦੇ ਹੈ। ਦੂਸਰੀ ਗੱਲ, ਤੀਰਥਾਂ ਤੇ ਜਾ ਕੇ ਦਾਨ ਦਿੱਤਿਆਂ ਪੁੰਨ ਕਰਮ ਪ੍ਰਾਪਤ ਹੁੰਦੇ ਹੈ। ਇਹ ਖਿਆਲਾਤ ਸਨ ਆਦਿ ਕਾਲ ਤੋਂ ਮਨੁੱਖਤਾ ਦੀ ਮਨ ਅੰਦਰ ਕਿ ਪਾਪ ਜਿਹੜੇ ਪੰਜਾਂ ਦੇ ਵਸ ਹੋ ਕੇ ਕਮਾ ਲਓ, ਸਾਲ ਬਾਅਦ ਜਾ ਕੇ ਤੁਸੀਂ ਗੰਗਾ ਨਹਾਓ, ਤੁਹਾਡੇ ਪਾਪ ਉਤਰ ਜਾਣਗੇ। ਇਸ ਨੂੰ ਪਾਤਸ਼ਾਹ ਨੇ ਬਾਣੀ 'ਚ ਕਿਹਾ ਪਾਪ ਕਰੇ ਪੰਚਾਂ ਕੇ ਵਸ ਰੇ ਤੀਰਥ ਨਹਾਏ ਕਹੇ ਸਭ ਉਤਰੇ। ਪੰਜਾਂ ਵਿਕਾਰਾਂ ਦੇ ਵਸ ਹੋ ਕੇ ਜੀ ਪਾਪ ਕਰਦੇ, ਕਹਿੰਦੇ ਸਾਲ ਬਾਅਦ ਗੰਗਾ ਇਸ਼ਨਾਨ ਕਰੋ ਤੇ ਸਾਰੇ ਉਤਰ ਗਏ। ਬਹੁਤ ਕਮਾਵੇ ਹੋਏ ਨਿਸੰਗ। ਇਸ਼ਨਾਨ ਕਰਨ ਤੋਂ ਬਾਅਦ ਫਿਰ ਜੇ ਬੇਝਿਜਕ ਹੋ ਕੇ ਕਮਾਉਂਦੇ ਆ ਵੀ ਹੁਣ ਪਿਛਲੇ ਦੇ ਤੋਂ ਆਏ ਆ, ਹੁਣ ਸਾਲ ਬਾਅਦ ਹੋਰ ਕਮਾ ਲਓ। ਬਹੁਤ ਕਮਾਵੇ ਹੋਏ ਨਿਸੰਗ। ਇਹ ਗੁਰਦੇਵ ਕਹਿੰਦੇ ਯਾਦ ਰੱਖਿਓ ਜਮਪੁਰ ਬਾਂਧ ਖਰੇ ਕਾਲੰਕ। ਜਮਾ ਦੀ ਪੁਰੀ 'ਚ ਕਲੰਕ ਸਹਿਤ ਬਣ ਕੇ ਲਿਜਾਇਆ ਜਾਏਗਾ। ਇਸ ਤਰ੍ਹਾਂ ਨਾਤੀਆਂ ਪਾਪ ਨਹੀਂ ਉਤਰਨੇ। ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ। ਤੋ ਅੱਜ ਗੁਰਦੇਵ ਪਾਤਸ਼ਾਹ ਕਹਿੰਦੇ ਤੀਰਥ ਨਾਨ, ਤੀਰਥਾਂ ਤੇ ਇਸ਼ਨਾਨ ਕਰਨਾ। ਦਇਆ ਦਮ ਨਾਨ, ਦਇਆ ਤੋਂ ਭਾਵ ਤਰਸ ਕਰਨਾ। ਦਮ ਦਾ ਅਰਥ ਹੈ ਵਿਕਾਰਾਂ ਤੋਂ ਮਨ ਨੂੰ ਰੋਕਣਾ। ਇਹ ਮਨ ਨੂੰ ਦਮ ਲਾਉਣ, ਦਮ ਤੋਂ ਭਾਵ ਦਮ ਲੈਣਾ, ਜਿਵੇਂ ਸਾਹ ਲੈਣਾ। ਵਿਕਾਰਾਂ ਨੂੰ ਜਿਹੜਾ ਇਹ ਮਨ ਤੋਂ ਬੁਰੇ ਕੰਮਾਂ ਵੱਲੋਂ ਮਨ ਨੂੰ ਰੋਕਣਾ। ਤੀਰਥ ਨਾਮ ਦਇਆ ਦਮਦਾਨ। ਸੋ ਸੰਯਮ, ਮਨ ਨੂੰ ਰੋਕਣ ਦੇ ਵਸ ਕਰਨ ਦੇ ਸੰਯਮ ਪਰਹੇਜ਼ ਆਦਿਕ ਜੋਗੀ ਲੋਕ ਕਰਦੇ ਰਹੇ। ਇਹ ਸੰਯਮ ਹੀ ਕੀਤਾ ਨਾ ਕਿ ਇਹ ਗ੍ਰਸਥ ਬੰਧਨ ਹੈ, ਇਹ ਮਾਇਆ ਹੈ, ਇਹਨੂੰ ਛੱਡ ਕੇ ਜੰਗਲਾਂ ਚਲੇ ਜਾਓ। ਉੱਥੇ ਇਸਤਰੀ ਮੱਥੇ ਨਹੀਂ ਲੱਗੇਗੀ, ਧੀ ਪੁੱਤਰ ਮੱਥੇ ਨਹੀਂ ਲੱਗਣਗੇ, ਧਨ ਦੌਲਤ ਕਾਰੋਬਾਰ ਮੱਥੇ ਨਹੀਂ ਲੱਗੇਗਾ। ਸ਼ਾਇਦ ਇਹ ਮਨ ਹੰਕਾਰ ਨਾਲ ਜੁੜ ਜਾਏਗਾ। ਪਰ ਪਾਤਸ਼ਾਹ ਕਹਿੰਦੇ ਘਰ ਤੇ ਛੱਡ ਆਇਆ, ਗ੍ਰਹਿ ਤਜ ਬਨਖੰਡ ਜਾਈਐ, ਚੁਣ ਖਾਈਐ ਕੰਦਾ, ਅਜਹੁ ਵਿਕਾਰ ਨਾ ਛੋੜਈ ਪਾਪੀ ਮਨ ਮੰਦਾ। ਆਖਿਆ ਵਿਕਾਰ ਤੇ ਮਨ ਵਿੱਚ ਸਨ, ਤੂੰ ਤਨ ਕਰਕੇ ਘਰ ਛੱਡ ਆਇਆ। ਉਹ ਪੰਜ ਵਿਕਾਰ ਦੇ ਨਾਲ ਹੀ ਲੈ ਆਇਆ, ਪੰਜ ਚੰਡਾਲ ਨਾਲ ਹੀ ਲੈ ਆਇਆ।
ਜਿਹਨੂੰ ਬਾਦਸ਼ਾਹ ਕਹਿੰਦੇ ਆ ਕਿ ਦੇਸ਼ ਛੋੜ ਪਰਦੇਸੈ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ, ਕਾਨ ਫਿਰਾਏ ਹਿਰਾਏ ਟੂਕਾ, ਘਰ ਘਰ ਮੰਗੈ ਤ੍ਰਿਪਤਾਵਨ ਦੇ ਚੂਕਾ। ਹੁਣ ਘਰ ਘਰ ਮੰਗਣਾ ਪੈਂਦਾ ਪੇਟ ਦੀ ਪੂਰਤੀ ਵਾਸਤੇ। ਬੰਤਾ ਛੋੜ ਬਦ ਨਦਰ ਪਰ ਨਾਰੀ, ਆਪਣੀ ਇਸਤਰੀ ਛੱਡ ਦਿੱਤੀ, ਹੁਣ ਬਗਾਨੀਆਂ ਨੂੰ ਘਰ ਘਰ ਤੱਕਦਾ ਫਿਰਦਾ। ਬੰਤਾ ਛੋੜ ਬਦ ਨਦਰ ਪਰ ਨਾਰੀ, ਵੇਸ ਨਾ ਪਾਈਏ ਬਹੁਤ ਖਿਆਰੀ। ਆਖਿਆ ਇਸ ਤਰ੍ਹਾਂ ਤੈਨੂੰ ਪ੍ਰਾਪਤੀ ਨਹੀਂ ਹੋਣੀ, ਸਗੋਂ ਦੁੱਖ ਪ੍ਰਾਪਤ ਹੋਣਗੇ। ਇਸੇ ਲਈ ਸਤਿਗੁਰਾਂ ਨੇ ਗ੍ਰਸਥ ਧਰਮ ਦਿੱਤਾ ਸੀ। ਸਿੱਖਾਂ ਵਿੱਚ ਗ੍ਰਹਿ ਸਦਾ ਰਹਿ ਉਦਾਸੀ, ਜਿਉ ਕਮਲ ਰਹਿ ਵਿੱਚ ਪਾਣੀ ਹੈ। ਕੁਝ ਤਨ ਦੀਆਂ ਲੋੜਾਂ ਨੇ, ਕੁਝ ਮਨ ਦੀਆਂ ਲੋੜਾਂ ਨੇ, ਇਹ ਹਰ ਲੋੜ ਗ੍ਰਸਥ ਜੀਵਨ 'ਚ ਪੂਰੀ ਹੁੰਦੀ ਹੈ। ਇਸੇ ਲਈ ਪਾਤਸ਼ਾਹ ਨੇ ਇਹ ਗ੍ਰਸਥ ਦਾ ਪਤੀ ਤੇ ਪਤਨੀ ਦਾ ਸਾਂਝੇ ਸੰਯੋਗ ਨੂੰ, ਸਾਂਝੇ ਭਰਤਾ ਕਾਲਪੁਰਖ ਵਾਹਿਗੁਰੂ ਦੇ ਮਿਲਾਪ ਦਾ ਸਾਧਨ ਬਣਾਇਆ। ਮੇਰੇ ਪਾਤਸ਼ਾਹ ਨੇ ਬੜੀ ਵੱਡੀ ਦਾਤ ਬਖਸ਼ਿਸ਼ ਕੀਤੀ ਹੈ ਗ੍ਰਸਥ ਜੀਵਨ ਦੇ ਸਾਨੂੰ। ਸਤਿਗੁਰਾਂ ਨੇ ਤਾਂ ਹੀ ਤੇ ਕਿਹਾ ਸੀ ਇਸਤਰੀ ਇਮਾਨ ਹੈ, ਪੁੱਤਰ ਨਿਸ਼ਾਨ ਹੈ, ਦੌਲਤ ਗੁਜਰਾਨ ਹੈ। ਬਸ ਇਹਨਾਂ ਨੂੰ ਇੰਨਾ ਕੁ ਸਮਝੇਗਾ ਜੀਵਨ ਤੇਰਾ ਆਨੰਦਮਈ ਰਹੇਗਾ। ਬੜੇ ਸੁੰਦਰ ਸਿਧਾਂਤ ਸਤਿਗੁਰੂ ਦੇ ਕੇ ਗਏ ਨੇ। ਦੁਖਾਂਤ ਇਹ ਹੈ ਅਸੀਂ ਅੱਖੋਂ ਪਰੋਖੇ ਕਰ ਦਿੰਦੇ ਹਾਂ, ਕਦੀ ਗੁਰੂ ਕੇ ਇਹਨਾਂ ਅਮੋਲਕ ਬਚਨਾਂ ਦੀ ਵਿਚਾਰ ਨੂੰ ਜੀਵਨ ਦਾ ਆਧਾਰ ਬਣਾਉਣ ਦਾ ਯਤਨ ਨਹੀਂ ਕਰਦੇ। ਗੁਰੂ ਬਖਸ਼ਿਸ਼ ਕਰੇ ਕਿਤੇ ਜੀਵਨ ਵਿੱਚ ਢਾਲੀਏ ਤੇ ਸੱਚ ਜਾਣਿਓ ਜੀਵਨ ਆਨੰਦਮਈ ਤੇ ਸਵਰਗ ਇੱਥੇ ਹੀ ਸਾਨੂੰ ਪ੍ਰਾਪਤ ਹੋ ਜਾਏਗਾ ਜਿਸ ਦਿਨ ਇਹਨਾਂ ਸਿਧਾਂਤਾਂ ਤੇ ਪਹਿਰਾ ਦੇਣਾ ਆਰੰਭ ਕਰ ਦਾਂਗੇ। ਤੋ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਤੀਰਥ ਨਾਮ ਦਇਆ ਦਮਦਾਨ ਸੋ ਸੰਯਮ ਨੇ ਅਨੇਕ ਸਿੱਖੈ। ਆਖਿਆ ਜੇ ਕੋਈ ਆਦਮੀ ਤੀਰਥਾਂ ਤੇ ਇਸ਼ਨਾਨ ਕਰੇ ਤੇ ਜੀਵਾਂ ਉੱਤੇ ਕੋਈ ਤਰਸ ਕਰੇ, ਫਿਰ ਮਨ ਨੂੰ ਬੁਰੇ ਕੰਮਾਂ ਵੱਲੋਂ ਰੋਕਣ ਦੇ ਯਤਨ ਕਰੇ, ਦਾਨ ਪੁੰਨ ਮਨ ਵਸ ਵਿੱਚ ਕਰਨ ਵਾਸਤੇ ਸਾਧਨ ਕਰੇ ਤੇ ਹੋਰ ਅਨੇਕਾਂ ਸਾਧਨਾਂ ਨੂੰ ਮਨੁੱਖ ਕਰਦਾ ਫਿਰੇ ਜੀ। ਵੇਦ ਪੁਰਾਨ ਕਤੇਬ ਪੁਰਾਨ, ਜ਼ਮੀਨ ਜਮਾਨ ਸਬਾਨ ਕੇ ਪੇਖੈ। ਵੇਦ ਪੁਰਾਨ ਆਖਿਆ ਕੋਈ ਵੇਦ ਪੜ੍ਹ ਲੈ, 4 ਵੇਦਾਂ ਨੂੰ, ਪੁਰਾਣ 18 ਪੁਰਾਣ ਪੜ੍ਹ ਲੈ। ਕਤੇਬ ਕਹਿੰਦੇ ਆ ਕਿ ਸ਼ਾਮੀ ਪੱਛਮੀ ਮੱਤ ਦੀਆਂ ਪੁਰਾਣ ਆਦਿਕ ਜਿਹੜੀਆਂ 4 ਪੁਸਤਕਾਂ ਨੇ, ਜਿਹੜੇ ਕੁਰਾਨ, ਅੰਜੀਲ, ਤੁਰੇਕ, ਜੰਬੂਰ, ਇਹ ਪੱਛਮੀ ਮੱਤ ਦੀਆਂ 4 ਧਾਰਮਿਕ ਗ੍ਰੰਥ ਨੇ। ਆਖਿਆ ਕੋਈ ਮਨੁੱਖ ਇਹਨਾਂ ਨੂੰ ਪੜ੍ਹ ਲੇ, ਵੇਦ ਪੁਰਾਨ, ਕਤੇਬ ਕੁਰਾਨ ਸ਼ਰੀਫ ਨੂੰ ਕੋਈ ਪੜ੍ਹ ਲੇ। ਜ਼ਮੀਨ ਜਮਾਨ ਸਬਾਨ ਕੇ ਵੇਖੇ, ਜਮਾਨ ਤੋਂ ਭਾਵ ਹੈ ਜਮਾਨਾ, ਭਾਵ ਸਮਾਂ, ਪੇਖੇ ਵੇਖ ਲੈ, ਪੜ੍ਹ ਲੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕੋਈ ਮਨੁੱਖ ਜੇ ਕੋਈ ਆਖੇ ਕਿ ਮੈਂ ਵੇਦ ਪੁਰਾਣ ਤੇ ਪੱਛਮੀ ਧਰਮਾਂ ਦੀਆਂ ਕੁਰਾਨ ਆਦਿ 4 ਕਿਤਾਬਾਂ ਤੇ ਸਾਰੀ ਧਰਤੀ ਦੇ ਸਮਿਆਂ ਦੇ ਸਾਰੇ ਧਰਮ ਗ੍ਰੰਥ ਪੜ੍ਹ ਲਏ ਹਨ। ਹਾਰ ਜਤੀ ਜਤ ਧਾਰ ਸਭ ਸੋ ਵਿਚਾਰ ਹਜ਼ਾਰ ਕ ਦੇਖੈ। ਆਖਿਆ ਪੌਣ ਆਹਾਰ ਜਤੀ ਜਤ ਧਾਰ, ਜੇ ਕੋਈ ਆਖੇ ਕਿ ਮੈਂ ਨਿਰੀ ਹਵਾ ਦੇ ਆਸਰੇ ਮੈਂ ਤੇ ਪੌਣ ਹਾਰੀ ਆ, ਮੈਂ ਤੇ ਖਾਂਦਾ ਹੀ ਕੁਝ ਨਹੀਂ, ਮੈਂ ਤੇ ਭੋਜਨ ਨਹੀਂ ਖਾਂਦਾ, ਮੈਂ ਤੇ ਹਵਾ ਦੇ ਆਸਰੇ ਰਹਿਣਾ। ਪੌਣ ਆਹਾਰ ਜਤੀ ਜਤ ਧਾਰ, ਤੇ ਆਪਣੇ ਆਪ ਨੂੰ ਜਤੀ ਸਤਾਉਂਦਾ ਹੋਵੇ, ਆਖੇ ਮੈਂ ਜਤ ਧਾਰੀ ਹਾਂ। ਪਾਤਸ਼ਾਹ ਕਹਿੰਦੇ ਆਪਣੇ ਆਪ ਨੂੰ ਬ੍ਰਹਮਚਾਰੀ ਵਾਲਾ ਜੀਵਨ ਗੁਜ਼ਾਰੇ। ਇੱਥੇ ਬਸ ਨਹੀਂ, ਸਭੈ ਸੁ ਵਿਚਾਰ ਹਜ਼ਾਰ ਕ ਦੇਖੈ। ਤੇ ਆਖਿਆ ਹੋਰ ਹਜ਼ਾਰਾਂ ਹੀ ਸਾਧਨ ਜਿਹੜੇ ਜੀਵਨ 'ਚ ਸੋਚਦਾ ਹੋਵੇ ਵੀ ਮੈਂ ਸ਼ਾਇਦ ਇਹਨਾਂ ਸਾਧਨਾਂ ਨਾਲ ਰੱਬ ਦੀ ਪ੍ਰਾਪਤੀ ਕਰ ਲਾਂ। ਭੋਜਨ ਛੱਡਿਆ ਮੈਨੂੰ ਰੱਬ ਮਿਲ ਜਾਏਗਾ, ਕਿ ਬਾਬਾ ਜੀ ਪੌਣਹਾਰੀ ਨੇ ਮਹਾਂਪੁਰਖ ਭੋਜਨ ਨਹੀਂ ਛਕਦੇ। ਕਈ ਹੈਗੇ ਨੇ ਐਸੇ ਸਨਾਤਨ ਧਰਮ ਅੰਦਰ ਕਿ ਉਹ ਕਹਿੰਦੇ ਆ ਜੀ ਇਹ ਭੋਜਨ ਨਹੀਂ ਛਕਦੇ, ਪੌਣ ਆਹਾਰੀ ਨੇ। ਤੇ ਪਾਤਸ਼ਾਹ ਨੇ ਬਾਣੀ 'ਚ ਕਿਹਾ ਅੰਨੈ ਬਿਨਾ ਨਾ ਹੋਏ ਸੁਕਾਲ, ਤਜੀਏ ਅੰਨ ਨਾ ਮਿਲੇ ਗੋਪਾਲ। ਪਾਤਸ਼ਾਹ ਕਹਿੰਦੇ ਅੰਨ ਨੂੰ ਛੱਡਿਆ ਰੱਬ ਨਹੀਂ ਮਿਲ ਸਕਦਾ, ਤੇ ਅੰਨ ਤੋਂ ਬਿਨਾਂ ਜੀਵਨ ਦਾ ਗੁਜ਼ਾਰਾ ਨਹੀਂ ਹੈ। ਅੰਨ ਤੋਂ ਬਿਨਾਂ ਜੀਵਨ ਦਾ ਗੁਜ਼ਾਰਾ ਨਹੀਂ ਹੋਏਗਾ, ਖਾਣਾ ਪਏਗਾ। ਤੇ ਆਖਿਆ ਜੇ ਅੰਨ ਛੱਡਿਆ ਜਿਹੜੇ ਕਹਿੰਦੇ ਰੱਬ ਮਿਲਦਾ, ਛੋਡੇ ਅੰਨ ਕਰੇ ਪਖੰਡ, ਨਾ ਹੋਏ ਸੁਹਾਗਣ ਨਾ ਹੋਏ ਰੰਡ। ਪਾਤਸ਼ਾਹ ਕਹਿੰਦੇ ਨਾ ਉਹ ਸੁਹਾਗਣਾ ਚੋਂ ਹੈ, ਨਾ ਉਹ ਜੀਵ ਇਸਤਰੀ ਰੰਡੀਆਂ ਚੋਂ ਹੈ, ਜਿਹੜੇ ਅੰਨ ਛੱਡ ਕੇ ਪਖੰਡ ਕਰਦੇ ਆ ਧਰਮ ਦੇ ਨਾਮ ਤੇ। ਇਹਨਾਂ ਪਖੰਡਾਂ ਤੋਂ ਵਰਜਨ ਕੀਤਾ ਗੁਰਮਤਿ ਨੇ ਸਾਨੂੰ। ਠੀਕ ਗੁਰਮਤਿ ਕਹਿੰਦੀ ਹੈ ਕਿ ਹੁਣ ਤਿਸ ਘੋਲ ਘੁਮਾਇਆ, ਥੋੜਾ ਸਮੇਂ ਥੋੜਾ ਹੀ ਖਾਵੇ। ਭਾਈ ਤੂੰ ਥੋੜਾ ਖਾ ਤੇ ਥੋੜਾ ਸੌਂ, ਜਿਹਦੇ ਨਾਲ ਤੇਰੇ ਤਨ ਨੂੰ ਰੋਗ ਨਾ ਲੱਗਣ। ਖਾਣਾ ਇਸ ਲਈ ਸੀ ਕਿ ਜਿਉਂਦੇ ਰਹਿ ਸਕੀਏ, ਪਰ ਦੁਖਾਂਤ ਮਨੁੱਖ ਜੀ ਖਾਣ ਵਾਸਤੇ ਰਿਹਾ। ਅੱਜ ਇਹੀ ਕਾਰਨ ਹੈ ਕਿ ਜੀਵਨ 'ਚ ਰੋਗ ਬਣਦੇ ਜਾ ਰਹੇ। ਦਾਸ ਬੇਨਤੀ ਕਰਦਾ ਤਾਂ ਜਿਸ ਦਿਨ ਪੇਟ ਦਾ ਤੇ ਜ਼ੁਬਾਨ ਦਾ ਸੰਬੰਧ ਜੁੜ ਜਾਏਗਾ, ਉਸ ਦਿਨ ਮਨੁੱਖ ਰੋਗ ਹੋ ਜਾਏਗਾ। ਅੱਜ ਇਹ ਜ਼ੁਬਾਨ ਰਸ ਲੈਂਦੀ ਹੈ, ਮਨੁੱਖ ਖਾਈ ਜਾ ਰਿਹਾ ਆਕਾਸ, ਜਿਹਦੇ ਕਾਰਨ ਇਹ ਰੋਗ ਬਣਦੇ ਨੇ। ਕਿਉਂਕਿ ਇਹ ਸੰਸਾਰ ਦੇ ਰਸ ਹੀ ਜਿਹੜੇ ਨੇ ਇਹਨਾਂ ਰਸ ਭੋਗ ਬਣਦੇ ਨੇ,
ਭੋਗ ਸੋਗ ਬਣਦੇ ਆ, ਸੋਗ ਵਿਜੋਗ ਬਣ ਜਾਂਦੇ ਆ, ਜੀਵਨ ਦੁਖੀ ਹੋ ਜਾਂਦਾ ਹੈ। ਪਾਤਸ਼ਾਹ ਨੇ ਆਖਿਆ ਭਾਈ ਖਾਣਾ ਜ਼ਰੂਰ ਹੈ, ਮੁਬਾਰਕ ਹੈ, ਖਾਓ, ਮਨਾ ਨਹੀਂ ਹੈ, ਪਰ ਆਖਿਆ ਥੋੜਾ ਸਮੇਂ ਥੋੜਾ ਹੀ ਖਾਵੇ। ਦੋ ਚੀਜ਼ਾਂ ਮਨੁੱਖ ਜਿੰਨੀਆਂ ਮਰਜ਼ੀ ਵਧਾ ਸਕਦਾ, ਨੀਂਦ ਤੇ ਭੁੱਖ ਜਿੰਨੀ ਮਰਜ਼ੀ ਵਧਾ ਲਓ ਤੇ ਜਿੰਨੀ ਮਰਜ਼ੀ ਘਟਾ ਲਓ, ਇਹ ਦੋਨੋਂ ਚੀਜ਼ਾਂ ਘਟ ਜਾਂਦੀਆਂ ਨੇ। ਇਹ ਮਨੁੱਖ ਕੰਟਰੋਲ ਕਰ ਸਕਦਾ ਹੈ। ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਕਿ ਪੌਣ ਆਹਾਰ ਜਤੀ ਜਤ ਤਾਰ ਸਭੇ ਸੁਵਿਚਾਰ ਹਜ਼ਾਰ ਕੋ ਦੇਖੇ। ਆਖਿਆ ਸੰਸਾਰ ਵਿੱਚ ਹਜ਼ਾਰਾਂ ਐਸੇ ਸਾਧਨ ਕਰਦੇ ਹੋਏ ਜਿਨ੍ਹਾਂ ਨੇ ਮਨ 'ਚ ਸੋਚੇ ਨੇ, ਪੌਣ ਆਹਾਰ ਜਤੀ ਜਤ ਤਾਰ, ਆਪਣੇ ਆਪ ਨੂੰ ਪੌਣ ਆਹਾਰੀ ਕਹਿੰਦੇ ਆ ਵੀ ਅਸੀਂ ਭੋਜਨ ਨਹੀਂ ਛਕਦੇ, ਕੇਵਲ ਹਵਾ ਦੇ ਆਸਰੇ ਜੂਨੇ ਆ। ਜਤੀ ਜਤ ਤਾਰ, ਆਪਣੇ ਆਪ ਨੂੰ ਜਤੀ ਤੇ ਬ੍ਰਹਮਚਾਰੀ ਕਹਾਉਂਦੇ ਨੇ ਵੀ ਅਸੀਂ ਗ੍ਰਸਥ ਛੱਡ ਦਿੱਤਾ, ਅਸੀਂ ਜਤੀ ਹੋ ਗਏ ਆ। ਐਸੇ ਮਨੁੱਖਾਂ ਨੂੰ ਸਤਿਗੁਰਾਂ ਨੇ ਬਾਣੀ 'ਚ ਬਹੁਤ ਕਰੜੇ ਹੱਥੀਂ ਲਿਆ। ਭਾਈ ਬਿੰਦ ਰਾਖ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ। ਆਖਿਆ ਫਿਰ ਖੁਸਰਾ ਨਪੁੰਸਕ ਮਨੁੱਖ ਉਹ ਰੱਬ ਦੀ ਪ੍ਰਾਪਤੀ ਕਰ ਜਾਂਦਾ ਜੇ ਇਸ ਤਰ੍ਹਾਂ ਰੱਬ ਮਿਲਦਾ ਹੁੰਦਾ। ਉੱਥੇ ਵਾਰ-ਵਾਰ ਉਦਾਹਰਨਾਂ ਦਿੱਤੀਆਂ ਨੇ। ਸਤਿਗੁਰਾਂ ਨੇ ਸਮਝਾਇਆ ਕਿ ਮੂੰਡ ਮੁੜਾਇਆ ਜੋ ਸਿਧ ਪਾਈ, ਮੁਕਤੀ ਭੇਡਣਾ ਗਈਆ ਕਾਈ। ਜੇ ਮੁੰਡਨ ਕਰਨਾ ਰੱਬ ਮਿਲਦਾ ਹੁੰਦਾ ਤੇ ਭੇਡਦਾ ਤੇ ਸਾਲ 'ਚ 2 ਵਾਰ ਮੁੰਡਨ ਕੀਤਾ ਜਾਂਦਾ ਤੇ ਪਾਤਸ਼ਾਹ ਨੇ ਆਖਿਆ ਰੱਬ ਉਹਨੂੰ ਮਿਲ ਜਾਂਦਾ। ਫਿਰ ਆਖਿਆ ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋ। ਜੇ ਨੰਗੇ ਰਿਆਂ ਰੱਬ ਮਿਲਦਾ ਹੁੰਦਾ ਤੇ ਜੰਗਲ ਦੇ ਹਿਰਨ ਦੇ ਨੰਗੇ ਫਿਰਦੇ ਨੇ ਨਾ, ਪਾਤਸ਼ਾਹ ਜੀ ਨੇ ਪ੍ਰਾਪਤੀ ਉਹਨਾਂ ਨੂੰ ਹੋ ਜਾਂਦੀ। ਕਈ ਭੋਜਨ ਛੱਡ ਕੇ ਕੋਈ ਗੰਦਗੀ ਆਦਿ ਅਘੋਰੀ ਲੋਕ ਉਹ ਖਾਂਦੇ ਐ, ਪਾਤਸ਼ਾਹ ਕਹਿੰਦੇ ਉਹਦੇ ਖਾਣ ਨਾਲ ਰੱਬ ਮਿਲਦਾ ਹੁੰਦਾ ਤੇ ਸੂਰ ਤੇ ਗੰਦਗੀ ਖਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 33 ਸਵਈਆਂ ਚੋਂ ਪਹਿਲਾ ਸਵਈ ਹੈ ਖੂਕ ਮਲ ਹਾਰੀ ਗਜ਼ ਗਦਹਾ ਬਿਭੂਤ ਤਾਰੀ ਗਿਦੂਆ ਬਸਾਨ ਮਾਸ ਬਾਸ ਕਰਿਓ ਹੀ ਕਰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਜੇ ਗੰਦਗੀ ਖਾਣ ਨਾਲ ਰੱਬ ਮਿਲਦਾ ਤੇ ਹਜ਼ੂਰ ਕਹਿੰਦੇ ਸੂਰ ਤੇ ਖਾਂਦਾ ਹੀ ਗੰਦਗੀ ਹੈ। ਖੂਕ ਮਲ ਹਾਰੀ, ਉਹਦਾ ਖਾਣਾ ਪੀਣਾ ਹੀ ਗੰਦਗੀ ਹੈ ਤੇ ਸੌਂਦਾ ਉੱਥੇ ਜਿੱਥੇ ਸਾਰੇ ਸ਼ਹਿਰ ਦੀ ਗੰਦਗੀ, ਉੱਥੇ ਉਹਦਾ ਬੈਡਰੂਮ ਹੈ ਸੂਰ ਦਾ। ਪਾਤਸ਼ਾਹ ਕਹਿੰਦੇ ਫਿਰ ਰੱਬ ਉਹਨੂੰ ਮਿਲਦਾ। ਖੂਕ ਮਲ ਹਾਰੀ ਗਜ਼ ਗਦਹਾ ਬਿਭੂਤ ਤਾਰੀ, ਤਨ ਤੇ ਵਿਭੂਤ ਮਲਿਆ ਜੇ ਰੱਬ ਮਿਲਦਾ ਤੇ ਗਧਾ ਤੇ ਲੇਟਦਾ ਹੀ ਭੁੱਬਲ ਵਿੱਚ ਹੈ। ਪਾਤਸ਼ਾਹ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਨੇ, ਕਿਉਂਕਿ ਇਹ ਸੰਕੇਤ ਸਨ। ਮੈਂ ਬੇਨਤੀ ਕਰਾਂ ਸ਼ਿਵਜੀ ਜੀ ਮਹਾਰਾਜ ਉਹਨਾਂ ਦੇ ਤਨ ਤੇ ਵਿਭੂਤੀ ਮਲੀ ਹੁੰਦੀ ਸੀ, ਉਹ ਇੱਕ ਸੰਕੇਤ ਸੀ ਕਿ ਅਸੀਂ ਦੁਨੀਆ ਵੱਲੋਂ ਖਾਕ ਹੋ ਗਏ। ਉਹਨਾਂ ਦੇ ਗਲ ਵਿੱਚ ਸੱਪ ਹੁੰਦਾ ਸੀ, ਉਹ ਇੱਕ ਸੰਕੇਤਕ ਹੈ ਕਿ ਮੌਤ ਰੂਪ ਸੱਪ ਹਰ ਵੇਲੇ ਸਾਡੇ ਗਲ 'ਚ ਕਿਹੜੇ ਵੇਲੇ ਡੰਗਦੇ ਪਤਾ ਨਹੀਂ ਸਾਡੀ ਮੌਤ ਹੋ ਜਾਏ। ਹੱਥ ਵਿੱਚ ਡਮਰੂ ਸੀ, ਹਰ ਵੇਲੇ ਰੱਬ ਦੀ ਉਸਤਤ ਕਰਦੇ ਸਨ। ਇਹ ਕੇਵਲ ਸੰਕੇਤਕ ਬਣਾਏ ਗਏ ਸਨ, ਉਹ ਪਾ ਕੇ ਨਹੀਂ ਸਨ ਰੱਖਦੇ ਸੱਪ ਹਰ ਵੇਲੇ ਗਲ 'ਚ। ਇਹ ਫੋਟੋ ਬਣਾਉਣ ਵਾਲਿਆਂ ਨੇ ਸੰਕੇਤਕ ਬਣਾ ਦਿੱਤੇ ਨੇ। ਮੈਂ ਬੇਨਤੀ ਕਰਾਂ ਤੋ ਖੈਰ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਜਗਾਇਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੂਕ ਮਲ ਹਾਰੀ ਗਜ਼ ਗਦਹਾ ਵਿਭੂਤ ਤਾਰੀ, ਗਿਦੂਆ ਮਸਾਨ ਬਾਸ ਕਰਿਓ ਹੀ ਕਰਤ ਹੈ। ਜੋਗੀ ਘਰ ਛੱਡ ਕੇ ਮੜੀਆਂ ਮਸਾਣਾਂ 'ਚ ਬਹਿ ਕੇ ਜਾ ਕੇ ਢੂਣੇ ਲਾ ਕੇ ਤੇ ਪਾਤਸ਼ਾਹ ਕਹਿੰਦੇ ਮੜੀਆਂ 'ਚ ਜਾ ਕੇ ਵਿਆਹ ਰੱਬ ਮਿਲਦਾ ਤੇ ਗਿੱਦੜ ਦੇ ਵਾਸਾ ਹੀ ਮੜੀਆਂ 'ਚ ਕਰਦੇ ਆ, ਉੱਥੇ ਝਾੜੀਆਂ 'ਚ ਰਹਿੰਦੇ, ਫਿਰ ਉਹਨਾਂ ਨੂੰ ਰੱਬ ਮਿਲ ਜਾਂਦਾ। ਇੱਥੇ ਬਸ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਘੁੱਗੂ ਮੱਠ ਬਾਸੀ ਲੱਗੇ ਡੋਲਤ ਉਦਾਸੀ ਮ੍ਰਿਗ, ਤਰਵਰ ਸਦੀਵ ਮੋਨ ਸਾਦੇ ਹੀ ਮਰਤ ਹੈ। ਘੁੱਗੂ ਮੱਠ ਵਾਸੀ ਜੋਗੀਆਂ ਨੇ ਘਰ-ਬਾਰ ਛੱਡੇ, ਮੱਠਾਂ 'ਚ ਜਾ ਕੇ ਬਹਿ ਗਏ। ਪਾਤਸ਼ਾਹ ਨੇ ਕਿਹਾ ਮੱਠਾਂ 'ਚ ਦੇ ਘੁੱਗੂ ਵਸਦੇ ਨੇ, ਕਬੂਤਰ ਵਸਦੇ ਨੇ, ਰੱਬ ਉਹਨਾਂ ਨੂੰ ਮਿਲ ਜਾਂਦਾ। ਜੇ ਮੱਠਾਂ 'ਚ ਰਿਹਾ ਰੱਬ ਮਿਲਦਾ। ਘੁੱਗੂ ਮੱਠ ਵਾਸੀ ਲੱਗੇ ਡੋਲਤ ਉਦਾਸੀ ਮ੍ਰਿਗ, ਉਦਾਸ ਹੋ ਕੇ ਜੰਗਲਾਂ 'ਚ ਫਿਰਿਆ ਰੱਬ ਮਿਲਦਾ। ਤੇ ਹਿਰਨ ਕਿਹੜਾ ਗਿਆਨ ਗੋਸ਼ਟੀ ਕਰਦੇ, ਉਹ ਵੀ ਚੁੱਪ ਕਰਕੇ ਜੰਗਲ 'ਚ ਫਿਰਦੇ। ਪਾਤਸ਼ਾਹ ਕਹਿੰਦੇ ਉਹ ਵੀ ਉਦਾਸ ਹੋ ਕੇ ਵਿਚਾਰੇ ਤੁਰੇ ਫਿਰਦੇ ਜੰਗਲਾਂ 'ਚ। ਲੱਗੇ ਡੋਲਤ ਉਦਾਸੀ ਮ੍ਰਿਗ, ਤਰਵਰ ਸਦੀਵ ਮੋਨ ਸਾਧੇ ਹੀ ਮਰਦ ਹੈ। ਕਹਿੰਦੇ ਜੀ ਬਾਬਾ ਜੀ ਮੋਨੇ ਆ, ਬੋਲਦੇ ਨਹੀਂ ਹੈ, ਪਰ ਕੋਈ ਸਵਾਲ ਕਰਨ ਜਾਂਦਾ ਤੇ ਕਾਗਜ਼ ਤੇ ਲਿਖ ਦਿੰਦੇ ਆ। ਮਨ ਤੇ ਬੋਲ ਰਿਹਾ ਹੈ ਨਾ। ਗੁਰਮਤਿ ਦਾ ਮੋਨ ਕੀ ਸੀ? ਮਨ ਨੂੰ ਚੁੱਪ ਕਰਾਉਣਾ। ਜਿਹਨੂੰ ਜਪਜੀ ਸਾਹਿਬ ਦੀ ਆਰੰਭ 'ਚ ਕਹਿ ਦਿੱਤਾ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾ। ਜਿੰਨੀਆਂ ਮਰਜ਼ੀ ਬਾਹਰੀ ਤੌਰ ਤੇ ਚੁੱਪ ਕਰਕੇ ਸਮਾਧੀਆਂ ਲਾ ਲਾ, ਜਿੰਨਾ ਚਿਰ ਮਨ ਚੁੱਪ ਨਾ ਹੋਇਆ ਉਹਨਾਂ ਚਿਰ ਪ੍ਰਾਪਤੀ ਨਹੀਂ। ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਕਹਿੰਦੇ ਘੁੱਗੂ ਮੱਠ ਬਾਸੀ ਲੱਗੇ ਡੋਲਤ ਉਦਾਸੀ ਮ੍ਰਿਗ, ਤਰਵਰ ਸਦੀਵ ਮੋਨ ਸਾਧੇ ਹੀ ਮਰਤ ਹੈ। ਆਖਿਆ ਮੋਨ ਰੱਖਣ ਵਿੱਚ ਇੱਕ ਰੁੱਖ ਦਾ ਤੂੰ ਕੀ ਮੁਕਾਬਲਾ ਕਰ ਸਕਦਾ ਹੈ? ਰੁੱਖ ਦੇ ਕਿਸੇ ਨੇ ਪੱਤੇ ਕੱਟ ਲਏ, ਕਿਸੇ ਨੇ ਟਾਹਣੀਆਂ ਕੱਟ ਲਈਆਂ, ਕਿਸੇ ਨੇ ਤਣਾ ਕੱਟ ਲਿਆ। ਕੱਟਣ ਵਾਲੇ ਨੇ ਆਰੇ ਤੇ ਲਿਜਾ ਕੇ ਟੁਕੜੇ ਟੁਕੜੇ ਕਰ ਲਿਆ, ਉਹਦੇ ਦਰਵਾਜ਼ੇ ਬਣਾ ਲਏ, ਉਹਦੀ ਹਿੱਕ ਵਿੱਚ ਮੇਖਾਂ ਕੱਟਣੀਆਂ, ਉਹ ਫਿਰ ਵੀ ਦਰਵਾਜ਼ਾ ਬਣ ਕੇ ਉਹਦੇ ਘਰ ਦੀ ਰਾਖੀ ਕਰ ਰਿਹਾ ਹੈ। ਆਖਿਆ ਉਹ ਬੋਲਦਾ ਨਹੀਂ, ਚੁੱਪ ਰਹਿ, ਜੇ ਤੂੰ ਰੁੱਖ ਦਾ ਕੀ ਮੁਕਾਬਲਾ ਕਰ ਸਕਦਾ? ਸਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਤਰਵਰ ਸਦੀਵ
ਮੋਨ ਸਾਧੇ ਹੀ ਮਰਦ ਹੈ। ਉਹ ਜੰਮਦਾ ਵੀ ਰੁੱਖ ਚੁੱਪ ਹੈ ਤੇ ਮਰ ਵੀ ਚੁੱਪ ਕਰਕੇ ਜਾਂਦਾ ਹੈ। ਪਾਤਸ਼ਾਹ ਕਹਿੰਦੇ ਫਿਰ ਉਹਦਾ ਕੀ ਮੁਕਾਬਲਾ ਕਰ ਸਕਦਾ ਤੇ ਚੁੱਪ ਰਹਿਣ ਸੀ। ਗੁਰਦੇਵ ਨੇ ਕਿਹਾ ਚੁੱਪ ਰਿਹਾ ਪ੍ਰਾਪਤੀ ਨਹੀਂ ਹੈ। ਗੁਰਮਤਿ ਕਹਿੰਦੀ ਹੈ ਬਹੁਤਾ ਬੋਲਣ ਜਖਣ ਹੋਏ, ਪਰ ਗੁਰਮਤਿ ਇਹ ਵੀ ਕਹਿੰਦੀ ਬੋਲ ਸੁਧਰਮੜੀਆ ਮੋਨ ਕਦ ਧਾਰੀ ਰਾਮ। ਜੇ ਸਪੋਜ਼ ਕਰੋ ਜਿਵੇਂ ਗੁਰੂ ਸਾਹਿਬਾਨ ਆਏ ਪੀਰ ਪੈਗੰਬਰ ਅਵਤਾਰ ਔਲੀਏ ਆਏ ਧਰਤੀ ਤੇ, ਜੇ ਸਾਰੇ ਹੀ ਮੋਨੀ ਹੋ ਜਾਂਦੇ ਇਹ ਸਮੁੱਚਾ ਗਿਆਨ ਧਾਰਮਿਕ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿੱਥੋਂ ਆਉਂਦੀ? ਮਨੁੱਖਤਾ ਨੂੰ ਗਿਆਨ ਕਿੱਥੋਂ ਮਿਲਦਾ ਜੇ ਸਾਰੇ ਮੋਨੀ ਹੋ ਜਾਂਦੇ? ਸਤਿਗੁਰਾਂ ਨੇ ਆਖਿਆ ਨਹੀਂ, ਇਹ ਮੋਨ ਨਹੀਂ ਰੱਖਣਾ ਵਿਖਾਵੇ ਤਰਵਰ ਸਦੀਵ ਮੋਨ ਸਾਧੇ ਹੀ ਮਰਦਾ। ਅਗਲੀ ਗੱਲ ਕੀਤੀ ਜਿਹੜੇ ਕਹਿੰਦੇ ਆ ਬਿੰਦ ਕੇ ਸਦਈਆ ਤਾਹੇ ਹੀਚ ਕੇ ਬੜਈਆ ਦੇਖ, ਜਿਹੜੇ ਕਹਿੰਦੇ ਅਸੀਂ ਜਤੀ ਬਣ ਗਏ ਗ੍ਰਸਤ ਛੱਡ ਦਿੱਤਾ। ਪਾਤਸ਼ਾਹ ਕਹਿੰਦੇ ਬਿੰਦ ਕੇ ਸਦਈਆ ਤਾਹੇ ਹੀਚ ਕੇ ਬੜਈਆ ਦੇਖ। ਉਹਨਾਂ ਨੂੰ ਪਾਤਸ਼ਾਹ ਕਹਿੰਦੇ ਮੈਂ ਇੰਨੀ ਕੁ ਵਡਿਆਈ ਦੇ ਸਕਦਾ, ਉਹਨਾਂ ਨੂੰ ਖੁਸਰਾ ਤੇ ਨਪੁੰਸਕ ਕਹਿ ਸਕਦਾ, ਇਸ ਤੋਂ ਵੱਧ ਮੇਰੇ ਕੋਲ ਮਾਣ ਨਹੀਂ ਹੈ। ਬਿੰਦ ਕੇ ਸਦਈਆ ਤਾਹੇ ਹੀਚ ਕੇ ਬੜਈਆ ਦੇ ਬੰਦਰਾ ਸਦੀਵ ਪਾਏ ਨਾਂਗੇ ਹੀ ਫਿਰਤ ਹੈ। ਕਈ ਮਹਾਤਮਾ ਨੇ ਕਹਿਣਗੇ ਜੀ ਬਾਬਾ ਜੀ ਨੰਗੇ ਪੈਰੀ ਰਹਿੰਦੇ ਸਾਰੀ ਜ਼ਿੰਦਗੀ, ਜੁੱਤੀ ਨਹੀਂ ਪੈਰਾਂ 'ਚ ਪਾਉਂਦੇ। ਤੇ ਪਾਤਸ਼ਾਹ ਨੇ ਕਹਿੰਦੇ ਫਿਰ ਕਿੱਡੀ ਕੁ ਵੱਡੀ ਪ੍ਰਾਪਤੀ ਕਰ ਲਈ, ਬਾਂਦਰ ਜੰਗਲ 'ਚ ਨੰਗੇ ਪੈਰੀ ਫਿਰਦੇ, ਉਹ ਕਿਹੜਾ ਰਬਾਕ ਦੇ ਬੂਟ ਪਾਉਂਦੇ ਨੇ। ਪਾਤਸ਼ਾਹ ਕਹਿੰਦੇ ਨਾ ਬੰਦਰਾ ਸਦੀਵ ਪਾਏ ਨਾਂਗੇ ਹੀ ਫਿਰਦੇ, ਉਹ ਨੰਗੇ ਪੈਰੀ ਜੰਗਲਾਂ 'ਚ ਫਿਰਦੇ, ਫਿਰ ਕਿੱਡੀ ਕੁ ਵੱਡੀ ਪ੍ਰਾਪਤੀ ਕਰ ਲਈ। ਤੂੰ ਪੈਰਾਂ 'ਚ ਜੁੱਤੀ ਨਹੀਂ ਪਾਲੀ ਤੈਨੂੰ ਰੱਬ ਮਿਲ ਜਾਏਗਾ। ਇਹ ਧਰਮ ਦੇ ਨਾਂ ਤੇ ਅਡੰਬਰ ਨੇ, ਦੁਨੀਆ ਨੂੰ ਪ੍ਰਭਾਵਿਤ ਕਰਨ ਵਾਸਤੇ ਨੇ। ਕਿਸੇ ਨੇ ਵਿਭੂਤੀ ਮਲ ਲਈ, ਕਿਸੇ ਨੇ ਅੰਨ ਛੱਡਤਾ, ਕਿਸੇ ਨੇ ਕੁਝ ਛੱਡ ਦਿੱਤਾ, ਕਿਉਂਕਿ ਸੰਸਾਰ ਦੇ ਅੰਦਰ ਅਗਿਆਨਤਾ ਹੈ। ਧਾਰਮਿਕ ਤਲ ਤੇ ਲੋਕ ਪਖੰਡ ਤੇ ਰੀਝਦੇ ਨੇ। ਜਿੰਨਾ ਕੋ ਪਖੰਡ ਕਰੇਗਾ ਉਹਨਾਂ ਵੱਡਾ ਬ੍ਰਹਮਚਾਰੀ ਗਿਆਨੀ ਹੋਵੇਗਾ, ਉਨੇ ਲੋਕ ਉਹਨੂੰ ਸਿਜਦੇ ਕਰਨਗੇ। ਇਹ ਆਦਿ ਕਾਲ ਤੋਂ ਚੱਲਦਾ ਆਇਆ ਤੇ ਅੱਜ ਵੀ ਚੱਲ ਰਿਹਾ ਹੈ। ਸਤਿਗੁਰੂ ਰਹਿਮਤ ਕਰਨ ਅਸੀਂ ਗੁਰੂ ਕੇ ਗਿਆਨ ਦੇ ਚਾਨਣ 'ਚ ਆ ਜਾਈਏ। ਜਿਸ ਦਿਨ ਸ਼ਬਦ ਦਾ ਚਾਨਣ ਆਏਗਾ ਉਸ ਦਿਨ ਅਸੀਂ ਇਹ ਕਰਮ ਕਾਂਡ ਵਹਿਮ ਭਰਮ ਦੇ ਪਖੰਡਾਂ ਤੋਂ ਨਜ਼ਾਤ ਲੈ ਕੇ ਗੁਰੂ ਦੀ ਸ਼ਬਦ ਦੀ ਅਗਵਾਈ ਵਿੱਚ ਜਿਉਣਾ ਸਿੱਖਾਂਗੇ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਬਿੰਦ ਕੇ ਸਦਈਆ ਤਾਏ ਹੀਚ ਕੇ ਬੜਈਆ ਦੇ ਬੰਦਰਾ ਸਦੀਵ ਪਾਏ ਨਾਂਗੇ ਹੀ ਫਿਰਤ ਹੈ। ਅਖੀਰ 'ਚ ਤੱਤ ਸਾਰ ਦਿੱਤਾ, ਆਖਿਆ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ। ਅੰਦਰ ਤੇ ਇਹਨਾਂ ਦੀ ਵਾਸ਼ਨਾ ਚੱਲ ਰਹੀਆਂ ਨੇ, ਅੰਦਰ ਤੇ ਕੇਵਲ ਵਾਸ਼ਨਾ ਦਾ ਚਿੰਤਨ ਹੈ, ਰੱਬ ਦਾ ਚਿੰਤਨ ਤੇ ਨਹੀਂ ਹੈ। ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ। ਆਖਿਆ ਇਹ ਕਾਮ ਤੇ ਕ੍ਰੋਧ ਦੇ ਭਰੇ ਹੋਏ ਨੇ। ਇੱਕ ਗਿਆਨ ਕੇ ਵਿਹੀਨ ਸ਼ੀਨ ਕੈਸੇ ਕੇ ਤਰਤ ਹੈ। ਪਾਤਸ਼ਾਹ ਕਹਿੰਦੇ ਜਿੰਨਾ ਚਿਰ ਗੁਰੂ ਦਾ ਗਿਆਨ ਨਹੀਂ ਨਾ ਪ੍ਰਾਪਤ ਕਰਨਗੇ, ਕੈਸੇ ਕੇ ਤਰਤ ਹੈ, ਕਿਵੇਂ ਤਰ ਸਕਦੇ ਨੇ, ਕਿਵੇਂ ਇਹਨਾਂ ਦਾ ਪਾਰ ਉਤਾਰਾ ਹੋਏਗਾ ਜਿੰਨਾ ਚਿਰ ਗੁਰੂ ਦਾ ਗਿਆਨ ਪ੍ਰਾਪਤ ਨਹੀਂ ਹੋਗਾ। ਇਸੇ ਲਈ ਕਹਿਣਾ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦੈ ਵੇਦ ਵਿਆਸੈ ਕੋਈ। ਆ ਕੇ ਬ੍ਰਹਮਾ ਜੀ ਨੂੰ, ਨਾਰਦ ਜੀ ਨੂੰ, ਵੇਦ ਜੀ ਨੂੰ, ਵਿਆਸ ਜੀ ਨੂੰ ਜਾ ਕੇ ਪੁੱਛ ਲਓ, ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ। ਇਸੇ ਲਈ ਭੱਟਾ ਨੇ ਪੁਕਾਰ ਕੇ ਗਿਆ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ, ਗੁਰ ਬਿਨ ਸੁਰਤ ਨਾ ਸਿਧ, ਗੁਰੂ ਬਿਨ ਮੁਕਤ ਨਾ ਪਾਵੇ। ਤੋ ਸਭੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਤ ਕਰ ਰਹੇ ਉਹਨਾਂ ਲੋਕਾਂ ਦੀ ਜਿਹੜੇ ਤੀਰਥ ਨਾਮ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਸਿੱਖ ਹੈ, ਜਿਹੜੇ ਤੀਰਥ ਯਾਤਰਾ ਵੀ ਤੁਰੇ, ਜਿਨ੍ਹਾਂ ਨੇ ਜਾ ਕੇ ਤੀਰਥਾਂ ਤੇ ਦਾਨ ਦਿੱਤਾ। ਤੇ ਪਾਤਸ਼ਾਹ ਕਹਿੰਦੇ ਤੀਰਥ ਜਾਉ ਤਾਂ ਹਉ ਹਉ ਕਰਤੇ, ਪੰਡਤ ਪੁੱਛੋ ਤਾਂ ਮਾਇਆ ਰਾਤੇ, ਸੋ ਸਥਾਨ ਬਤਾਵੋ ਮੀਤਾ ਜਾਂ ਕੇ ਹਰ ਹਰ ਕੀਰਤਨ ਮੀਤਾ। ਆਖਿਆ ਮੈਨੂੰ ਉਹ ਥਾਂ ਦੱਸੋ ਜਿੱਥੇ ਹਰ ਵੇਲੇ ਰੱਬ ਦੀ ਕੀਰਤੀ ਹੋ ਰਹੀ ਹੈ। ਉਹ ਥਾਂ ਕਿਹੜਾ ਹੈ? ਉਹ ਕੇਵਲ ਗੁਰੂ ਕੀ ਸੰਗਤ ਹੈ। ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਏਕੋ ਨਾਮ ਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰੂ ਦੀਆ ਬੁਝਾਏ ਜੀ, ਉਹ ਸਤ ਸੰਗਤ ਹੈ। ਜਿੱਥੇ ਕੇਵਲ ਨਾਮ ਦੀ ਵਿਆਖਿਆ ਹੋ ਰਹੀ ਹੈ ਉਹ ਕੇਵਲ ਸਤ ਸੰਗਤ ਹੈ। ਤੇ ਬਾਦਸ਼ਾਹ ਕਹਿੰਦੇ ਤੀਰਥ ਜਾਓ ਤਾਂ ਹੋ ਹੋ ਕਰਦੇ, ਜਾਣ ਵਾਲਾ ਵੀ ਹਉਮੈ 'ਚ ਹੈ। ਪੰਡਤ ਪੁੱਛੋ ਤਾਂ ਮਾਇਆ ਰਾਤੇ, ਤੀਰਥਾਂ ਦੇ ਕੰਢੇ ਤੇ ਬ੍ਰਾਹਮਣ ਜੀ ਬੈਠੇ, ਆਓ ਭਾਈ ਕੀ ਲੈ ਕੇ ਆਏ ਹੋ, ਚੱਲੇ ਹੋ ਤੇ ਕੀ ਦੇ ਕੇ ਚੱਲੇ ਹੋ। ਆਖਿਆ ਇਸ ਤੋਂ ਵੱਧ ਕੁਝ ਵੀ ਨਹੀਂ ਹੈ। ਪੰਡਤ ਪੁੱਛੋ ਤਾਂ ਮਾਇਆ ਰਾਤੇ, ਸੋ ਸਥਾਨ ਬਤਾਵੋ ਮੀਤਾ, ਜਾਂ ਕਿ ਹਰ ਹਰ ਕੀਰਤਨ ਮੀਤਾ, ਜਿੱਥੇ ਹਰ ਵੇਲੇ ਕੀਰਤੀ ਹੁੰਦੀ ਹੋਵੇ ਸਾਨੂੰ ਉਹ ਥਾਂ ਦੱਸੋ। ਆਖਿਆ ਉਹ ਕੇਵਲ ਗੁਰੂ ਕੀ ਸੰਗਤ ਹੈ, ਜਿੱਥੇ ਹਰ ਵੇਲੇ ਰੱਬੀ ਇਬਾਦਤ, ਰੱਬੀ ਜਸ ਹੁੰਦਾ। ਜੇ ਬਾਣੀ ਪੜ੍ਹੀ ਜਾ ਰਹੀ ਹੈ ਤਾਂ ਵੀ ਜਸ ਹੈ, ਕੀਰਤਨ ਹੋ ਰਿਹਾ ਤਾਂ ਵੀ ਜਸ ਹੈ, ਵਿਖਿਆਨ ਹੋ ਰਿਹਾ ਤੇ ਤਾਂ ਵੀ ਗੁਰੂ ਦਾ ਜਸ ਗਾਇਆ ਜਾ ਰਿਹਾ ਹੈ, ਤਾਂ ਵੀ ਇੱਕ ਨਾਮ ਦੀ ਗੱਲ ਹੋ ਰਹੀ ਹੈ। ਸਤਿਗੁਰੂ ਪਾਤਸ਼ਾਹ ਨੇ ਕਿਹਾ ਤੀਰਥ ਨਾਮ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਸਿੱਖ ਹੈ। ਜੇ ਕੋਈ ਆਦਮੀ ਤੀਰਥਾਂ ਦਾ ਇਸ਼ਨਾਨ ਕਰੇ, ਜੀਵਾਂ ਉੱਤੇ ਤਰਸ ਕਰੇ, ਮਨ ਨੂੰ ਬੁਰੇ ਕੰਮਾਂ ਵੱਲੋਂ ਰੋਕਣ ਦੇ ਯਤਨ ਕਰੇ, ਦਾਨ ਪੁੰਨ ਮਨ ਵਸ ਕਰਨ ਦੇ ਹੋਰ ਅਨੇਕਾਂ ਸਾਧਨ ਅਪਣਾ ਲਏ,
दूसरी बात आखी वेद पुराण कतेब पुराण जमीन जमान समान के वेख है। जिन्ने भी धार्मिक ग्रंथ ने उन्होंने पढ़ ले। पातशाह क्या पढ़िया प्राप्ति नहीं, पढ़िया ना ही भेद, बुझिया पावना। गुरमत कहती जिन्ना चिर बुझेगा नहीं उन्ना चिर प्राप्ति नहीं होनी, जिन्ना चिर बुझेगा नहीं, जिन्ना चिर मर्जी पढ़ी जा। गुरु नानक साहब ने सारा शब्द उचारे आशा की बात, पढ़ पढ़ गड्डी लदी है, पढ़ पढ़ भरिए साथ, पढ़ पढ़ बेड़ी पाई है, पढ़ पढ़ गड्डी खात। पढ़िए जेते बरस बरस, पढ़िए जेते मास मासदार ते महीना। आख्या जिन्ने मर्जी साल जिन्ने मर्जी महीने पढ़ी जा। नानक लेखा एक गल होर होमे झखना झाक, बाकी ते झक मारना। जे इको गल ही लेखे च है कि पढ़ के जे हुक्म च ना आया तो फिर पढ़ना तेरा किसी अर्थ नहीं। इसे भगत साहब ने कहा क्या पढ़ी है क्या सुनी है, क्या वेद क्या पढ़ी है क्या गुनी है, क्या वेद पुराना सुनी है। पढ़े सुने क्या हुई, जो सहज न मिलियो सोई। आख्या जी सहज न आया, ये अंदर मिलाप ही ना होया, फिर पढ़ने का अर्थ नहीं है। फिर तो पढ़िया जेता पढ़िया तेता कड़िया। जे पढ़ के हंकार आ रहा है, लभ ते लोभ आ रहा है, फिर गुरुदेव ने कहा तू पढ़िया मूर्ख आखी है, जिस लभ लोभ अहंकारा, फिर तेरा पढ़ना किसी अर्थ नहीं। गुरुदेव पातशाह ने आख्या वेद पुराण कतेब पुराण जमीन जमान सबान के देखा है। जे कोई मनुख वेद पुराण पश्चिमी धर्मां दियां सारियां पुराण आदि चारे किताबां ते सारी धरती दे समयां दे सारे धार्मिक ग्रंथ भी मनुख पढ़ लए। ते तीसरी बात पौन आहार जति जत तार, सबे सुविचार हजारक देखे। जे कोई निरी हवा दे आसरे मनुख जिंदा होवे, कुछ भी खावे ते पीवे ना, ब्रह्मचारियों वाला पातशाह कहते जीवन गुजारे, और अनेका साधन लोचदा होवे जी। श्री भगवान भजे बिन भूपत, एक रति बिन एक न देखै। आख्या श्री भगवान भजे बिन भूपत, आख्या सारी सृष्टि दे मालक वाहिगुरु राजा प्रभु उहदे सिमरन तो बिना। गुरुदेव कहते श्री भगवान भजे बिन भूपत, भूपदार ते राजा भाव सारी सृष्टि का मालक प्रभु, उस मालक परमात्मा के भजन तो बिना एक रति बिन एक ना लिखै। पातशाह ने कहा रब के प्यार तो बिना ਉਹਦਾ साधन कोई भी साधन किसी काम का नहीं। भावें वो तीर्थां ते जाके इशनान करे, भावें वो दान पुण कर ले, भावें इंद्रियां दे परहेज रख ले, भावें वो मनुख अनेकां धार्मिक ग्रंथां का अध्ययन कर ले, ते भावें भोजन छड्ड के वो पौण आहारी मनुख बन जाए। जिन्ना चिर वो श्री भगवान भजे बिन भूपत, जिन्ना चिर परमात्मा की इबादत की बंदगी नहीं करेगा, एक रति बिन एक न लेखै। आख्या एक रति भी लेखे च नहीं पैनी ਉਹਦੇ ਇਹ धार्मिक कर्म, जे वो रब की इबादत नहीं करता, रब का भजन नहीं करता। इसलिए पातशाह ने कहा कि जिन्ने भी धार्मिक ग्रंथ धार्मिक कर्म इन्हां सारियां तो श्रेष्ठ नाम है। बहु शास्त्र बहु सिमरती, पेखे सर्ब टंडोल, पूजस नाही हर हरे, नानक नाम अमोल। आख्या जिन्ने भी दुनिया के सारे कर्म ने एक नाम के तुल नहीं हैं, नाम सारियां तो श्रेष्ठ है, साई नाम अमोल। की मना कोई जान दो, जिन्ना भाग मथाहे से नानक हर रंग मान दो। जिन्हों के मथे के वड्डे भाग वो इस नाम के प्यार को मानते हैं, रबी इबादत में वो जीव जुड़ जाते हैं। तो सतगुरु दाता ये रहमत बख्शिश कर, रबी इबादत की दात साडी झोली पाउण, विखावे के कर्म कांड छड्ड के सुरत साडी धर्म का रस्ता पकड़े। सतगुरु रहमत करन, सुरत का मार्ग सानू बख्शिश करन, क्योंकि सुरती कै मार्ग चल कै उल्टी नदर प्रगासी। जिस दिन सुरती का मार्ग मिलेगा प्राप्ति तां होनी है, तन ते सफर विच है। गुरुदेव रहमत करन, सुरत का सफर बख्शन, जिस दे राही अध्यात्मक ताकत सानू प्राप्त होवे, शब्द के रसी बन के जीवन को कमा सकीए। गुरुदेव ये जीवन जात साडे सारिਆਂ ਦੀ ਝੋਲੀ पाउण। होईयां बेअंत भुलां दी खिमा समूह संगत नूं गुरु दरबार आउण ते जी आयां आखदे होए बहुत बहुत धन्यवाद। भुलाना चुकाते हुए प्यार से देहो असीस, बुलाओ फतेह आखो जी। वाहिगुरू जी का खालसा, वाहिगुरू जी की फतेह।